ਸਤਿ ਸ਼੍ਰੀ ਅਕਾਲ ਜੀ। ਵੈਲਕਮ ਔਨ ਆਵਰ ਚੈਨਲ। ਐਜੂਕੇਸ਼ਨ ਨਾਲ ਰਿਲੇਟਡ ਵੀਡੀਓਜ਼ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ। ਇੱਥੇ ਆਪਾਂ UGC ਨੈਟ ਦੀ ਤਿਆਰੀ ਸਟਾਰਟ ਕਰਨ ਜਾ ਰਹੇ ਹਾਂ, ਜਿਸ ਵਿੱਚ ਆਪਾਂ ਸਭ ਤੋਂ ਪਹਿਲਾਂ ਪੇਪਰ 1 ਜੋ ਕਿ ਸਾਰਿਆਂ ਲਈ ਕਾਮਨ ਹੁੰਦਾ ਉਸ ਦੀ ਤਿਆਰੀ ਕਰਾਂਗੇ। ਦੈਨ ਆਪਾਂ ਪੇਪਰ 2 ਸਪੈਸ਼ਲ ਫॉर ਐਜੂਕੇਸ਼ਨ ਸਬਜੈਕਟ ਦੇ ਲਈ ਵੀਡੀਓਜ਼ ਪਾਵਾਂਗੇ। ਤਾਂ ਅੱਜ ਆਪਾਂ ਪੇਪਰ 1 ਦਾ ਫਸਟ ਟੌਪਿਕ ਟੀਚਿੰਗ ਐਪਟੀਟਿਊਡ ਕਰਾਂਗੇ। ਉਸ ਤੋਂ ਬਾਅਦ ਆਪਾਂ ਰਿਸਰਚ ਐਪਟੀਟਿਊਡ ਕਰਾਂਗੇ। ਤਾਂ ਇਸੇ ਤਰ੍ਹਾਂ ਆਪਾਂ 1 ਬਾਏ 1 ਜਿਹੜੇ ਪੇਪਰ 1 ਦੇ ਉਹ ਸਾਰੇ ਟੌਪਿਕ ਕਵਰ ਕਰ ਲਵਾਂਗੇ। ਤਾਂ ਚਲੋ ਜੀ, ਆਪਾਂ ਬਿਨਾਂ ਟਾਈਮ ਵੇਸਟ ਕੀਤੇ ਤੋਂ ਸਟਾਰਟ ਕਰਦੇ ਹਾਂ ਟੌਪਿਕ ਟੀਚਿੰਗ ਐਪਟੀਟਿਊਡ। ਅਤੇ ਟੀਚਿੰਗ ਐਪਟੀਟਿਊਡ ਦੇ ਵਿੱਚ ਸਭ ਤੋਂ ਜੋ ਪਹਿਲਾਂ ਆਪਣਾ ਹੈਗਾ ਕੰਸੈਪਟ ਆਫ ਟੀਚਿੰਗ, ਕਿ ਸਿੱਖਣ ਪ੍ਰਕਿਰਿਆ ਕੀ ਆ। ਤਾਂ ਕਿੱਦਾਂ ਮਤਲਬ ਕਿ ਆਪਾਂ ਸਿਖਾਉਂਦੇ ਹੈਗੇ ਹਾਂ, ਟੀਚਰ ਇੱਕ ਸਟੂਡੈਂਟ ਨੂੰ ਕਿਵੇਂ ਸਿਖਾਉਂਦਾ ਹੈਗਾ, ਤਾਂ ਉਹ ਇੰਸਟਰਕਸ਼ਨਸ ਦਿੰਦਾ। ਤਾਂ ਮੀਨਸ ਕਿ ਕੰਸੈਪਟ ਆਫ ਟੀਚਿੰਗ ਦਾ ਕੰਸੈਪਟ ਕੀ ਆ, ਕਿਸੇ ਨੂੰ ਇੰਸਟਰਕਟ ਕਰਨਾ। ਕਾਹਦੇ ਲਈ ਇੰਸਟਰਕਟ ਕਰਨਾ? ਉਹਦੇ ਬਿਹੇਵੀਅਰ ਨੂੰ ਮੋਡੀਫਾਈ ਕਰਨ ਦੇ ਲਈ, ਸ਼ੇਪ ਦੇਣ ਦੇ ਲਈ, ਮੋਲਡ ਕਰਨ ਦੇ ਲਈ ਜਾਂ ਡਿਵੈਲਪ ਕਰਨ ਦੇ ਲਈ। ਤਾਂ ਟੀਚਰ ਹੈ ਜਿਹੜਾ ਉਹ ਸਟੂਡੈਂਟਸ ਦੇ ਬਿਹੇਵੀਅਰ ਨੂੰ ਮੋਲਡ ਕਰਦਾ, ਸ਼ੇਪ ਕਰਦਾ ਐਂਡ ਡਿਵੈਲਪ ਕਰਦਾ। ਟੀਚਰ ਕੋਈ ਵੀ ਹੋ ਸਕਦਾ ਇਹ, ਮੋਰ ਨੌਲੇਜੇਬਲ ਅਦਰ, MKO ਦਾ ਕੰਸੈਪਟ ਹੈ ਜਿਹੜਾ ਉਹ ਆਪਾਂ ਯਾਦ ਰੱਖਣਾ ਹੈ ਕਿ MKO ਦਾ ਜਿਹੜਾ ਮੀਨਿੰਗ ਕੀ ਹੁੰਦਾ, ਫੁੱਲ ਫਾਰਮ ਕੀ ਹੁੰਦੀ ਹੈ, ਮੋਰ ਨੌਲੇਜੇਬਲ ਅਦਰ। ਕੋਈ ਵੀ ਤੁਹਾਡੇ ਤੋਂ ਜ਼ਿਆਦਾ ਨੌਲੇਜ ਰੱਖਣ ਵਾਲਾ ਪਰਸਨ, ਜਿਹਦੇ ਤੋਂ ਤੁਸੀਂ ਕੁਛ ਸਿੱਖ ਸਕਦੇ ਹੋ, ਗੇਨ ਕਰ ਸਕਦੇ ਹੋ ਨੌਲੇਜ, ਉਹਨੂੰ ਆਪਾਂ ਕਹਿੰਦੇ ਹਾਂ ਮੋਰ ਨੌਲੇਜੇਬਲ ਅਦਰ। ਉਹ ਤੁਹਾਡੇ ਕਲਾਸਮੇਟਸ ਹੋ ਸਕਦੇ ਆ, ਤੁਹਾਡੇ ਪੀਅਰਸ ਹੋ ਸਕਦੇ ਆ, ਮੀਨਸ ਤੁਹਾਡੇ ਟੀਚਰਸ ਵੀ ਹੋ ਸਕਦੇ ਆ, ਜਾਂ ਤੁਹਾਡੇ ਪੇਰੈਂਟਸ, ਜਾਂ ਸੁਸਾਇਟੀ ਦੇ ਵਿੱਚ ਤੁਸੀਂ ਕਿਸੇ ਵੀ ਆਪਣੇ ਨੇਬਰਸ ਦੇ ਕੋਲੋਂ, ਮਤਲਬ ਕਿਸੇ ਤੋਂ ਵੀ ਜਿਹਦੇ ਤੋਂ ਤੁਸੀਂ ਕੋਈ ਨੌਲੇਜ ਗੇਨ ਕਰ ਸਕਦੇ ਹੋ। ਮੋਰ ਨੌਲੇਜੇਬਲ ਅਦਰ ਦਾ ਕੰਸੈਪਟ ਹੈ ਜਿਹੜਾ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਇਹ ਤੁਸੀਂ ਯਾਦ ਰੱਖਣਾ। ਨੈਕਸਟ ਆ ਜਾਂਦਾ ਆਪਣੇ ਕੋਲ ਟੀਚਿੰਗ ਐਪਟੀਟਿਊਡ, ਮਤਲਬ ਕਿ ਟੀਚਿੰਗ ਦਾ ਐਪਟੀਟਿਊਡ ਕੀ ਕੀ ਚੀਜ਼ਾਂ ਨੂੰ ਡਿਸਕਰਾਈਬ ਕਰਦਾ ਹੈ। ਟੀਚਿੰਗ ਏਡਸ, ਕਿ ਇੱਕ ਟੀਚਿੰਗ ਨੂੰ ਕੁਆਲਿਟੀ ਟੀਚਿੰਗ ਬਣਾਉਣ ਦੇ ਲਈ ਆਪਾਂ ਕਿਹੜੀਆਂ ਟੀਚਿੰਗ ਏਡਸ ਯੂਜ਼ ਕਰਦੇ ਹਾਂ, ਕਿਹੜੇ ਮੈਥਡਸ ਜਾਂ ਮੈਥਡੋਲੋਜੀਜ਼ ਹੈ ਉਹ ਯੂਜ਼ ਕਰਦੇ ਹਾਂ, ਐਕਟੀਵਿਟੀਜ਼ ਕਿਹੜੀਆਂ ਆਪਾਂ ਯੂਜ਼ ਕਰਦੇ ਹਾਂ ਕੁਆਲਿਟੀ ਟੀਚਿੰਗ ਦੇ ਲਈ। ਤਾਂ ਨੈਕਸਟ ਆਪਣੇ ਕੋਲ ਨੈਕਸਟ ਜਿਹੜਾ ਟੌਪਿਕ ਹੈ ਉਹ ਹੈਗਾ ਲੈਵਲਸ ਆਫ ਟੀਚਿੰਗ। ਟੀਚਿੰਗ ਦੇ ਜਿਵੇਂ ਕਿ 3 ਲੈਵਲ ਹੁੰਦੇ ਆ। ਇੱਕ ਤਾਂ ਇਹ ਯਾਦ ਰੱਖਣਾ ਸਭ ਤੋਂ ਪਹਿਲਾਂ ਕਿ ਮੈਮਰੀ ਲੈਵਲ, ਨੈਕਸਟ ਅੰਡਰਸਟੈਂਡਿੰਗ ਲੈਵਲ ਐਂਡ ਦੈਨ ਰਿਫਲੈਕਸ਼ਨ ਲੈਵਲ। ਤਾਂ ਫਸਟ ਲੈਵਲ ਹੈ ਜਿਹੜਾ ਉਹ ਮੈਮਰੀ ਲੈਵਲ, ਜਿਹਨੂੰ ਆਪਾਂ ਲੋਐਸਟ ਲੈਵਲ ਵੀ ਕਹਿੰਦੇ ਹਾਂ। ਤਾਂ ਇਹਦੇ ਅਕੋਰਡਿੰਗ ਮੀਨਸ ਹਰਬਰਟ ਨੇ ਜਿਹੜਾ ਟੀਚਿੰਗ ਮਾਡਲ ਦਿੱਤਾ ਉਹ ਮੈਮਰੀ ਲੈਵਲ ਦੇ ਅਕੋਰਡਿੰਗ ਦਿੱਤਾ। ਇਹ ਵੀ ਯਾਦ ਰੱਖ ਲੈਣਾ ਕਿ ਕਿਹੜੇ ਸਾਈਕੋਲੋਜਿਸਟ ਨੇ ਆਪਣਾ ਜਿਹੜਾ ਕਿਹੜੇ ਮੈਮਰੀ ਲੈਵਲ ਦੇ ਅਕੋਰਡਿੰਗ ਟੀਚਿੰਗ ਮਾਡਲਸ ਦਿੱਤੇ ਨੇ। ਤਾਂ ਮੀਨਸ ਮੈਮਰੀ ਲੈਵਲ ਦੇ ਵਿੱਚ ਕੀ ਹੁੰਦਾ ਕਿ ਆਪਾਂ ਫੈਕਟਸ ਜਾਂ ਇਨਫੋਰਮੇਸ਼ਨ ਹੈ ਉਹ ਦਿੰਦੇ ਹਾਂ ਬੱਚਿਆਂ ਨੂੰ, ਪ੍ਰਜੈਂਟ ਕਰਦੇ ਹਾਂ ਉਹਨਾਂ ਦੇ ਸਾਹਮਣੇ, ਉਹਨਾਂ ਨੂੰ ਫੈਕਟਸ ਜਾਂ ਇਨਫੋਰਮੇਸ਼ਨ ਦੱਸਦੇ ਹਾਂ। ਉਹ ਉਸ ਇਨਫੋਰਮੇਸ਼ਨ ਨੂੰ ਗੇਨ ਕਰਦੇ ਨੇ, ਉਹਨੂੰ ਕ੍ਰੈਮ ਕਰਦੇ ਨੇ, ਯਾਦ ਕਰਦੇ ਨੇ। ਤਾਂ 3 ਜਿਹੜੇ ਐਸਪੈਕਟਸ ਮੇਨ ਇਹਦੇ ਵਿੱਚ ਯੂਜ਼ ਹੁੰਦੇ ਨੇ ਕਿ ਲਰਨਿੰਗ, ਸਿੱਖਣਾ, ਪਹਿਲਾਂ ਜੋ ਵੀ ਫੈਕਟਸ ਦਿੱਤੇ ਨੇ ਉਹਨਾਂ ਨੇ ਲਰਨ ਕਰਨਾ। ਉਸ ਤੋਂ ਬਾਅਦ ਰਿਟੈਂਸ਼ਨ, ਉਹਨੂੰ ਲੰਬੇ ਸਮੇਂ ਤੱਕ ਆਪਾਂ ਯਾਦ ਕਿਵੇਂ ਰੱਖਣਾ। ਨੈਕਸਟ ਹੈਗਾ ਰੀਪਰੋਡਕਸ਼ਨ, ਕਿ ਜਦੋਂ ਆਪਾਂ ਨੂੰ ਕਦੇ ਲੋੜ ਹੋਊਗੀ ਤਾਂ ਉਸ ਚੀਜ਼ ਨੂੰ ਆਪਾਂ ਉਸ ਨੌਲੇਜ ਨੂੰ ਕਿਵੇਂ ਰੀਪਰੋਡਿਊਸ ਕਰਨਾ, ਕਿਵੇਂ ਯੂਜ਼ ਕਰ ਲੈਣਾ। ਮਤਲਬ ਇਹ ਜਿਹੜਾ ਹੈਗਾ ਮੈਮਰੀ ਲੈਵਲ ਹੈ ਉਹ ਪ੍ਰੀ ਓਪਰੇਸ਼ਨਲ ਲੈਵਲ ਹੁੰਦੀ ਹੈ ਜਦੋਂ ਆਪਣੀ ਕੋਗਨੇਟਿਵ ਡਿਵੈਲਪਮੈਂਟ ਸਟੇਜ। ਜੀਨ ਪਿਆਜ਼ੇ ਨੇ ਜਿਵੇਂ ਆਪਾਂ ਨੂੰ ਕੋਗਨੇਟਿਵ ਡਿਵੈਲਪਮੈਂਟ ਦੀਆਂ ਵੱਖੋ ਵੱਖਰੀਆਂ ਸਟੇਜਸ ਦਿੱਤੀਆਂ ਨੇ। ਤਾਂ ਜਦੋਂ ਬੱਚਾ ਪ੍ਰੀ ਓਪਰੇਸ਼ਨਲ ਲੈਵਲ ਦੇ ਵਿੱਚ ਹੁੰਦਾ ਤਾਂ ਉਦੋਂ ਆਪਾਂ ਮੈਮਰੀ ਲੈਵਲ ਦੇ ਥਰੂ ਉਹਨੂੰ ਟੀਚਿੰਗ ਕਰਵਾਉਂਦੇ ਹੈਗੇ ਹਾਂ, ਮਤਲਬ ਆਪਾਂ ਉਹਦੀ ਲਰਨਿੰਗ ਹੈ ਜਿਹੜੀ ਉਹ ਇਹਦੇ ਥਰੂ ਕਰਵਾਉਂਦੇ ਹਾਂ। ਸਟੀਮੂਲਸ ਰਿਸਪੋਂਸ ਅਤੇ ਰੀਇਨਫੋਰਸਮੈਂਟ, ਇਹਦੇ ਵਿੱਚ ਜਿਹੜਾ ਕੰਸੈਪਟ ਹੈ ਇਹ ਯੂਜ਼ ਹੁੰਦਾ, ਇਹ ਵੀ ਆਪਾਂ ਯਾਦ ਰੱਖਣਾ। ਸਟੀਮੂਲਸ ਮੀਨਸ ਕੋਈ ਆਪਾਂ ਨੂੰ ਕੋਈ ਐਕਸ਼ਨ ਹੋਇਆ ਜਾਂ ਕੋਈ ਕੰਡੀਸ਼ਨ ਹੋ ਗਈ, ਉਸ ਦਾ ਆਪਾਂ ਰਿਸਪੋਂਸ ਦਿੰਦੇ ਹਾਂ। ਅਤੇ ਉਸ ਤੋਂ ਬਾਅਦ ਰੀਇਨਫੋਰਸਮੈਂਟ, ਜੇ ਮਤਲਬ ਉਹਦਾ ਆਪਾਂ ਨੂੰ ਪੋਜ਼ੀਟਿਵ ਜਾਂ ਨੈਗੇਟਿਵ ਜੋ ਵੀ ਰਿਵਾਰਡ ਮਿਲਦਾ ਉਹ ਰੀਇਨਫੋਰਸਮੈਂਟ ਦੇ ਤੌਰ 'ਤੇ ਕੰਮ ਕਰਦਾ। ਨੈਕਸਟ ਹੈਗਾ ਇਹਦੇ ਵਿੱਚ ਕਿ ਜਿਹੜੇ ਟੀਚਿੰਗ ਮੈਥਡ ਹੈ ਉਹ ਕਿੱਦਾਂ ਦੇ ਹੁੰਦੇ ਨੇ। ਟੀਚਿੰਗ ਮੈਥਡ ਹੈ ਜਿਹੜੇ ਉਹ ਸਬਜੈਕਟ ਸੈਂਟਰਡ ਹੁੰਦੇ ਆ, ਕਿਉਂਕਿ ਆਪਾਂ ਇਹਦੇ ਵਿੱਚ ਸਬਜੈਕਟ ਜਿਹੜਾ ਮਟੀਰੀਅਲ ਹੈ ਉਹਨੂੰ ਯਾਦ ਕਰਨਾ ਹੁੰਦਾ, ਤਾਂ ਕਰਕੇ ਸਬਜੈਕਟ ਸੈਂਟਰਡ ਹੈ ਜਿਹੜੇ ਉਹ ਟੀਚਿੰਗ ਮੈਥਡ ਹੁੰਦੇ ਆ। ਸਬਜੈਕਟ ਸੈਂਟਰਡ ਮੀਨਸ ਉਹਦੇ ਵਿੱਚ ਡਰਿਲ ਆ ਜਾਂਦਾ ਹੈ, ਕਿਉਂਕਿ ਆਪਾਂ ਲਰਨ ਕਰਨੀ ਹੈ ਚੀਜ਼ ਨੂੰ, ਕ੍ਰੈਮ ਕਰਨਾ। ਡਰਿਲ ਕਰਾਂਗੇ ਮੀਨਸ ਡਰਿਲ ਮੀਨਸ ਪ੍ਰੈਕਟਿਸ, ਵਾਰ-ਵਾਰ ਉਹਦੀ ਪ੍ਰੈਕਟਿਸ ਕਰੀ ਜਾਣੀ। ਤਾਂ ਨੈਕਸਟ ਆ ਗਿਆ ਰਿਵਿਊ, ਰਿਵੀਜ਼ਨ, ਆਸਕਿੰਗ ਕੁਐਸ਼ਚਨਸ, ਮੀਨਸ ਇਹ ਜਿਹੜੇ ਤਰੀਕੇ ਨੇ ਉਹ ਟੀਚਿੰਗ ਦੇ ਵਰਤ ਸਕਦੇ ਹਾਂ ਆਪਾਂ। ਆਸਕਿੰਗ ਕੁਐਸ਼ਚਨਸ, ਟੀਚਰ ਇਹਦੇ ਵਿੱਚ ਐਕਟਿਵ ਰੋਲ ਪਲੇ ਕਰਦਾ, ਕਿਉਂਕਿ ਟੀਚਰ ਨੇ ਸਾਰੀ ਇਨਫੋਰਮੇਸ਼ਨ ਜਾਂ ਫੈਕਟਸ
ਸਟੂਡੈਂਟਸ ਨੂੰ ਦੱਸਣੇ ਹੁੰਦੇ ਆ ਅਤੇ ਸਟੂਡੈਂਟਸ ਨੇ ਜਸਟ ਐਜ਼ ਪੈਸਿਵ ਮਤਲਬ ਲਰਨਰ ਉਹਨੇ ਉਹ ਚੀਜ਼ਾਂ ਨੂੰ ਸੁਣਨਾ ਹੁੰਦਾ ਹੈਗਾ। ਤਾਂ ਉਹ ਸਾਰੀ ਇਨਫੋਰਮੇਸ਼ਨ ਹੈ ਜਿਹੜੀ ਉਹ ਕਲੈਕਟ ਕਰ ਰਹੇ ਆ ਟੀਚਰ ਤੋਂ। ਸਟੂਡੈਂਟ ਇਹਦੇ ਵਿੱਚ ਪੈਸਿਵ ਹੁੰਦਾ, ਇਹ ਵੀ ਚੀਜ਼ ਆਪਾਂ ਨੇ ਯਾਦ ਰੱਖਣੀ ਆ। ਨੈਕਸਟ ਆ ਗਿਆ ਕਿ ਐਵੈਲੂਏਸ਼ਨ ਦੇ ਤਰੀਕੇ, ਕਿ ਐਵੈਲੂਏਸ਼ਨ ਕੀ ਹੁੰਦੀ ਆ ਕਿ ਆਪਾਂ ਜੋ ਵੀ ਪੜ੍ਹਾਇਆ ਬੱਚੇ ਨੇ ਕਿੰਨਾ ਗੇਨ ਕੀਤਾ, ਆਪਾਂ ਉਹਦਾ ਟੈਸਟ ਕਰਨਾ, ਉਹਦੀ ਵੈਲਿਊਏਸ਼ਨ ਕਰਨੀ ਆ। ਤਾਂ ਉਹ ਆਪਾਂ ਮੈਮਰੀ ਲੈਵਲ ਦੇ ਵਿੱਚ ਕਿਵੇਂ ਕਰਦੇ ਹਾਂ, ਓਰਲ ਟੈਸਟ ਲੈ ਸਕਦੇ ਹਾਂ, ਸੁਣ ਕੇ ਦੇਖ ਸਕਦੇ ਹਾਂ ਆਪਾਂ ਬੱਚਿਆਂ ਤੋਂ ਫੈਕਟਸ ਵਗੈਰਾ, ਇਨਫੋਰਮੇਸ਼ਨ ਵਗੈਰਾ ਕਿੰਨੀ ਕੁ ਯਾਦ ਹੋਈ ਉਹਨਾਂ ਨੂੰ। ਓਬਜੈਕਟਿਵ ਟਾਈਪ ਕੁਐਸਚਨਸ, ਜਿਵੇਂ ਓਬਜੈਕਟਿਵ ਟਾਈਪ ਕੁਐਸਚਨਸ ਕਿਹੜੇ ਹੁੰਦੇ ਨੇ, ਜਿਵੇਂ ਆਪਾਂ ਨੂੰ ਇਹਦੇ ਵਿੱਚ ਵੀ ਪੇਪਰ ਦੇ ਵਿੱਚ ਆਉਂਦੇ ਨੇ ਕਿ 4 ਆਪਸ਼ਨਸ ਦਿੱਤੀਆਂ ਹੁੰਦੀਆਂ ਨੇ, ਉਹਦੇ ਵਿੱਚੋਂ ਆਪਾਂ 1 ਆਪਸ਼ਨ ਹੈ ਜਿਹੜੀ ਉਹ ਟਿਕ ਕਰਨੀ ਆ। ਐਸੇ ਟਾਈਪ ਸ਼ਾਰਟ ਮਤਲਬ ਸ਼ਾਰਟ ਐਸੇ ਟਾਈਪ ਕੁਐਸਚਨਸ ਹੋ ਸਕਦੇ ਨੇ, ਫਿਲਅਪਸ ਬਲੈਂਕਸ ਫਿਲ ਕਰਨੀਆਂ ਜਾਂ ਮੈਚਿੰਗ, ਫਿਰ ਜਾਂ ਸ਼ਾਰਟ ਆਨਸਰ ਜਿਹੜੇ ਕੁਐਸਚਨਸ ਹੈ ਉਹ ਆਪਾਂ ਇਹਦੇ ਵਿੱਚ ਐਵੈਲੂਏਸ਼ਨ ਦੇ ਲਈ ਯੂਜ਼ ਕਰ ਸਕਦੇ ਹਾਂ। ਨੈਕਸਟ ਆਪਣੇ ਕੋਲ ਆ ਗਿਆ ਅੰਡਰਸਟੈਂਡਿੰਗ ਲੈਵਲ। ਅੰਡਰਸਟੈਂਡਿੰਗ ਲੈਵਲ ਨੈਕਸਟ ਹੈ, ਇਹ ਵੀ ਯਾਦ ਰੱਖਣਾ ਆਪਾਂ ਸੀਕੁਐਂਸ ਦੇ ਵਿੱਚ ਕਿ ਫਸਟ ਲੈਵਲ ਹੈ ਜਿਹੜਾ ਉਹ ਜਾਂ ਲੋਐਸਟ ਲੈਵਲ ਹੈ ਉਹ ਮੈਮਰੀ ਲੈਵਲ ਹੁੰਦਾ, ਤਾਂ ਮੈਮਰੀ ਲੈਵਲ ਤੋਂ ਨੈਕਸਟ ਹੈ ਜਿਹੜਾ ਉਹ ਅੰਡਰਸਟੈਂਡਿੰਗ ਲੈਵਲ ਹੁੰਦਾ। ਇਹਦੇ ਅਕੋਰਡਿੰਗ ਮੋਰਿਸਨ ਨੇ ਆਪਣੇ ਟੀਚਿੰਗ ਮਾਡਲ ਦਿੱਤਾ ਹੈਗਾ, ਇਹ ਵੀ ਆਪਾਂ ਯਾਦ ਰੱਖਣਾ। ਜਿਵੇਂ ਮੈਮਰੀ ਲੈਵਲ ਦੇ ਵਿੱਚ ਕੌਣ ਸੀਗਾ, ਹਰਬਰਟ। ਤਾਂ ਨੈਕਸਟ ਇਹਦੇ ਵਿੱਚ ਕੀ ਹੁੰਦਾ ਕਿ ਮੈਮਰੀ ਲੈਵਲ ਨਾਲੋਂ ਉੱਪਰਲਾ ਲੈਵਲ ਹੈ ਇਹ, ਇਹਦੇ ਵਿੱਚ ਆਪਾਂ ਸਬਜੈਕਟ ਦੀ ਮਾਸਟਰੀ ਕਰਦੇ ਹਾਂ, ਉਹਨੂੰ ਚੰਗੀ ਤਰ੍ਹਾਂ ਨਾਲ ਅੰਡਰਸਟੈਂਡ ਕਰਦੇ ਹਾਂ। ਥਿੰਕ, ਪ੍ਰੈਜ਼ੈਂਟ, ਐਨਾਲਾਈਜ਼ ਐਂਡ ਡਰਾ ਦਾ ਇਨਫਰੈਂਸਿਸ, ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ, ਉਹਦੇ 'ਤੇ ਮਾਸਟਰੀ ਕਰਦੇ ਹਾਂ, ਮੀਨਸ ਉਹਦੇ 'ਤੇ ਪੂਰਾ ਸੋਚਦੇ ਹਾਂ, ਉਹਨੂੰ ਆਪਾਂ ਪ੍ਰੈਜ਼ੈਂਟ ਵੀ ਕਰ ਸਕਦੇ ਹਾਂ, ਐਨਾਲਾਈਜ਼ ਉਹਨੂੰ ਬ੍ਰੇਕ ਕਰਕੇ ਆਪਾਂ ਚੰਗੀ ਤਰ੍ਹਾਂ ਉਹਨੂੰ ਮੀਨਸ ਸਟੱਡੀ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਉਹਦੇ ਤੋਂ ਇੰਟਰਫੇਰੈਂਸਿਸ ਜਿਹੜੇ ਹੈਗੇ ਨੇ ਉਹ ਡਰਾ ਕਰਦੇ ਹਾਂ। ਇਹਦੇ ਵਿੱਚ ਜਿਹੜਾ ਆਪਣੇ ਕੋਲੇ ਹੁੰਦਾ ਓਬਜੈਕਟਿਵ ਉਹ ਅੰਡਰਸਟੈਂਡਿੰਗ ਐਂਡ ਐਪਲੀਕੇਸ਼ਨ ਓਬਜੈਕਟਿਵ ਹੈ, ਮੀਨਸ ਆਪਾਂ ਜਿਹੜੀ ਨੌਲੇਜ ਹੈ ਉਹਨੂੰ ਸਿਰਫ ਕਰੈਮ ਨਹੀਂ ਕਰਨਾ, ਮੈਮੋਰਾਈਜ਼ ਨਹੀਂ ਕਰਨਾ, ਬਲਕਿ ਆਪਾਂ ਉਹਦੀ ਸਮਝ ਲੈਣੀ ਆ, ਅੰਡਰਸਟੈਂਡਿੰਗ ਅਤੇ ਐਪਲੀਕੇਸ਼ਨ ਜਦੋਂ ਆਪਾਂ ਨੂੰ ਜ਼ਰੂਰਤ ਹੋਊਗੀ ਉਦੋਂ ਆਪਾਂ ਉਹਦੀ ਯੂਜ਼ ਕਰਨਾ ਹੈਗਾ। ਅਤੇ ਨੈਕਸਟ ਇਹਦੇ ਵਿੱਚ ਹੈਗਾ ਵੀ ਸਬਜੈਕਟ ਤਾਂ ਹੁੰਦਾ ਹੀ ਹੈ ਜਿਹੜਾ ਆਪਾਂ ਟੀਚ ਕਰਵਾਉਣਾ ਹੈਗਾ, ਨਾਲ ਦੀ ਨਾਲ ਕੀ ਹੈ ਇਹਦੇ ਵਿੱਚ ਟੀਚਰ ਸੈਂਟਰਡ ਮੈਥਡ ਹੁੰਦੇ ਆ, ਸਬਜੈਕਟ ਐਂਡ ਟੀਚਰ। ਜਿਵੇਂ ਕਿ ਪਹਿਲੇ ਦੇ ਵਿੱਚ ਸੀਗਾ ਸਿਰਫ ਆਪਾਂ ਸਬਜੈਕਟ 'ਤੇ ਮਤਲਬ ਮਟੀਰੀਅਲ ਜੋ ਯਾਦ ਕਰਵਾਉਣਾ ਉਹਦੇ 'ਤੇ ਆਪਾਂ ਐਮਫੇਸਾਈਜ਼ ਕਰਦੇ ਸੀਗੇ, ਜ਼ਿਆਦਾ ਜ਼ੋਰ ਆਪਾਂ ਉਸ ਚੀਜ਼ 'ਤੇ ਦਿੰਦੇ ਸੀ, ਤਾਂ ਸਬਜੈਕਟ ਸੈਂਟਰਡ ਮੈਥਡ ਹੁੰਦੇ ਸੀ। ਤਾਂ ਇਹਦੇ ਵਿੱਚ ਸਬਜੈਕਟ ਐਂਡ ਟੀਚਰ ਸੈਂਟਰਡ ਮੈਥਡ ਹੋਣਗੇ, ਜਿਵੇਂ ਕਿ ਕਿਉਂਕਿ ਟੀਚਰ ਨੇ ਅੰਡਰਸਟੈਂਡ ਕਰਵਾਉਣਾ ਬੱਚਿਆਂ ਨੂੰ, ਤਾਂ ਉਹ ਕਿਹੜੇ ਕਿਹੜੇ ਮੈਥਡ ਯੂਜ਼ ਕਰ ਸਕਦੇ ਨੇ, ਜਿਵੇਂ ਲੈਕਚਰ ਮੈਥਡ ਦੇ ਥਰੂ ਡਿਸਕਸ਼ਨ ਕਰਵਾ ਸਕਦਾ ਟੀਚਰ, ਇੰਡਕਟਿਵ ਡਿਡਕਟਿਵ ਮੈਥਡ ਯੂਜ਼ ਕੀਤਾ ਜਾ ਸਕਦਾ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਵਾਉਣ ਦੇ ਲਈ, ਕੰਸੈਪਟ ਨੂੰ ਅੰਡਰਸਟੈਂਡ ਕਰਵਾਉਣ ਦੇ ਲਈ। ਇੰਡਕਟਿਵ ਡਿਡਕਟਿਵ ਮੈਥਡ ਕੀ ਹੁੰਦਾ ਕਿ ਜਿਵੇਂ ਪਹਿਲਾਂ ਆਪਾਂ ਕਿਸੇ ਚੀਜ਼ ਦੀਆਂ ਐਗਜ਼ਾਮਪਲਸ ਦੱਸਤੀਆਂ, ਉਸ ਤੋਂ ਬਾਅਦ ਆਪਾਂ ਉਹਨੂੰ ਮੀਨਸ ਉਹਦੀ ਜਨਰਲ ਜਿਹੜਾ ਫਾਰਮੂਲਾ ਹੈ ਉਹ ਦੱਸਦਾ, ਤਾਂ ਉਹ ਹੁੰਦਾ ਇੰਡਕਟਿਵ ਮੈਥਡ। ਇਸ ਤੋਂ ਉਲਟ ਡਿਡਕਟਿਵ ਮੈਥਡ ਦੇ ਵਿੱਚ ਕੀ ਹੁੰਦਾ ਕਿ ਫਾਰਮੂਲਾ ਆਪਾਂ ਪਹਿਲਾਂ ਪ੍ਰੈਜੈਂਟ ਕਰਦੇ ਹਾਂ, ਜਨਰਲ ਫਾਰਮੂਲਾ ਜਿਹੜਾ ਉਹ ਆਪਾਂ ਪਹਿਲਾਂ ਦੱਸ ਦਿੰਦੇ ਹਾਂ, ਪਰ ਐਗਜ਼ਾਮਪਲਸ ਜਿਹੜੀਆਂ ਉਹ ਆਪਾਂ ਬਾਅਦ 'ਚੋਂ ਦੱਸਦੇ ਹੈਗੇ ਹਾਂ। ਐਵੈਲੂਏਸ਼ਨ ਹੈ ਨੈਕਸਟ, ਕਿ ਇਹਦੇ ਵਿੱਚ ਐਵੈਲੂਏਸ਼ਨ ਦੇ ਕਿਹੜੇ ਤਰੀਕੇ ਆਪਾਂ ਯੂਜ਼ ਕਰ ਸਕਦੇ ਹਾਂ, ਕਿਉਂਕਿ ਆਪਾਂ ਇਹਦੇ ਵਿੱਚ ਇਹ ਦੇਖਣਾ ਕਿ ਕਿੰਨਾ ਕੁ ਅੰਡਰਸਟੈਂਡ ਕੀਤਾ ਬੱਚੇ ਨੇ। ਤਾਂ ਇਹਦੇ ਵਿੱਚ ਆਪਾਂ ਓਰਲ ਕੁਐਸਚਨਸ ਪੁੱਛ ਸਕਦੇ ਹਾਂ, ਜਿਹਦੇ ਵਿੱਚ ਕਿ ਆਪਾਂ ਥੋੜ੍ਹੀ ਜਿਹੀ ਮਤਲਬ ਲੈਵਲ ਹੈ ਜਿਹੜਾ ਉਹ ਮੈਮਰੀ ਲੈਵਲ ਨਾਲੋਂ ਹਾਈਐਸਟ ਰੱਖਾਂਗੇ। ਮੈਮਰੀ ਲੈਵਲ 'ਚ ਤਾਂ ਐਜ਼ ਇਟ ਇਜ਼ ਕੁਐਸਚਨ ਹੋਣਗੇ ਕਿ ਜੋ ਯਾਦ ਕੀਤਾ ਬਸ ਉਹੀ ਪ੍ਰੈਜੈਂਟ ਕਰਨਾ ਆਪਾਂ, ਪਰ ਇਹਦੇ ਵਿੱਚ ਜਿਹੜੇ ਐਲੈਬੋਰੇਟਡ ਹੋਣਗੇ ਥੋੜ੍ਹੇ ਜਿਹੇ, ਰਿਟਨ ਟੈਸਟਿੰਗ ਹੋ ਸਕਦੀ ਹੈ ਜਾਂ ਕੰਪਰੀਹੈਂਸਿਵ ਐਸੇ ਹੋ ਸਕਦੇ। ਨੈਕਸਟ ਆਪਣੇ ਕੋਲ ਆ ਜਾਂਦਾ ਹੈ ਜੀ ਰਿਫਲੈਕਸ਼ਨ ਲੈਵਲ। ਰਿਫਲੈਕਸ਼ਨ ਲੈਵਲ ਦੇ ਅਕੋਰਡਿੰਗ ਹੈ ਜਿਹੜਾ ਹੰਟ ਨੇ ਟੀਚਿੰਗ ਮੈਥਡ ਦਿੱਤਾ, ਟੀਚਿੰਗ ਮਾਡਲ ਦਿੱਤਾ ਆਪਣਾ, ਇਹ ਹਾਈਐਸਟ ਲੈਵਲ ਹੈ। ਇਹ ਚੀਜ਼ ਜ਼ਰੂਰ ਯਾਦ ਰੱਖਣੀ ਆ ਕਿ ਰਿਫਲੈਕਸ਼ਨ ਦਾ ਜਿਹੜਾ ਲੈਵਲ ਹੈ ਉਹ ਹਾਈਐਸਟ ਲੈਵਲ ਆਫ ਥਿੰਕਿੰਗ ਹੁੰਦਾ। ਹਾਈਐਸਟ ਲੈਵਲ ਹੋਣ ਕਰਕੇ ਇਹਦੇ ਵਿੱਚ ਕੀ ਹੈ ਆਪਣੇ ਕੋਲ ਜ਼ਿਆਦਾ ਇੰਟਲੈਕਚੁਅਲ ਦਾ ਯੂਜ਼ ਹੁੰਦਾ, ਮਤਲਬ ਆਪਣੀ ਕੋਗਨੇਟਿਵ ਐਬਿਲਿਟੀਜ਼ ਬਹੁਤ ਜ਼ਿਆਦਾ ਯੂਜ਼ ਹੁੰਦੀਆਂ ਨੇ। ਹਾਈਲੀ ਥੋਟਫੁਲ ਹੁੰਦਾ, ਬਹੁਤ ਜ਼ਿਆਦਾ ਆਪਾਂ ਸੋਚ ਸਮਝ ਦੇ ਨਾਲ ਪੂਰੀ ਤਰ੍ਹਾਂ ਨਾਲ ਡੂੰਘਾਈ ਦੇ ਨਾਲ ਚੀਜ਼ਾਂ ਨੂੰ ਇਹਦੇ ਵਿੱਚ ਸਮਝਦੇ ਹਾਂ। ਅਤੇ ਉਹਨਾਂ 'ਤੇ ਰਿਫਲੈਕਸ਼ਨ ਦਾ ਮਤਲਬ ਕੀ ਹੈ ਕਿ ਆਪਾਂ ਰਿਫਲੈਕਟ ਕਰਨਾ, ਆਪਾਂ ਜਿਹੜੀ ਨੌਲੇਜ ਗੇਨ ਕੀਤੀ ਆ ਉਹਦੇ 'ਤੇ ਆਪਾਂ ਰਿਫਲੈਕਟ ਕਰਨਾ। ਜੇ ਆਪਾਂ ਪੂਰੀ ਤਰ੍ਹਾਂ ਨਾਲ ਸੋਚ ਸਮਝ ਕੇ ਆਪਣੇ ਥੋਟਫੁਲ ਆਪਣੀ ਥਿੰਕਿੰਗ ਦੇ ਨਾਲ ਉਹਨੂੰ ਰਿਫਲੈਕਟ ਕਰ ਸਕਾਂਗੇ। ਇਹਦੇ ਵਿੱਚ ਮੇਨ ਕੀ ਹੈ ਕਿ ਇਹਦੇ ਵਿੱਚ ਕਿਉਰਿਓਸਿਟੀ ਡਿਵੈਲਪ ਹੁੰਦੀ ਹੈ ਬੱਚਿਆਂ ਦੇ ਵਿੱਚ, ਇੰਟਰਸਟ ਡਿਵੈਲਪ ਹੁੰਦਾ, ਇਨਕੁਆਇਰੀ, ਕਿ ਚੀਜ਼ਾਂ ਨੂੰ ਖੋਜਣ ਦੀ ਜਿਹੜੀ ਉਹਨਾਂ ਦੇ ਵਿੱਚ ਆਉਂਦੀ ਹੈਗੀ ਹੈ ਕਿਉਰਿਓਸਿਟੀ, ਕਿ ਇਹਦੇ ਵਿੱਚ ਅੱਗੇ ਕੀ ਹੋਊਗਾ, ਇਨਸਾਈਟ ਬੱਚਿਆਂ ਦਾ ਜਿਹੜਾ
ਉਹਨਾਂ ਨੇ ਇਨਸਾਈਟ ਯੂਜ਼ ਕਰਦੇ ਨੇ, ਮਤਲਬ ਜੇ ਕਿਸੇ ਪ੍ਰੋਬਲਮ ਨੂੰ ਸੋਲਵ ਕਰਨਾ ਹੈ ਤਾਂ ਇਨਸਾਈਟ ਮਤਲਬ ਪ੍ਰੋਪਰਲੀ ਆਪਣਾ ਪਹਿਲਾਂ ਦਿਮਾਗ ਦੇ ਵਿੱਚ ਐਨਾਲਾਈਜ਼ ਕਰਕੇ ਪ੍ਰੋਬਲਮ ਨੂੰ ਉਹਦਾ ਸੋਲਿਊਸ਼ਨ ਸਿੱਧਾ ਹੀ ਆਪਾਂ ਯੂਜ਼ ਕਰਦੇ ਹੈਗੇ। ਰੈਸ਼ਨਲ ਐਂਡ ਕ੍ਰਿਟੀਕਲ ਥਿੰਕਿੰਗ ਹੁੰਦੀ ਹੈ, ਇੰਡੀਪੈਂਡੈਂਟ ਥਿੰਕਿੰਗ, ਪਰਸਿਸਟੈਂਸ, ਡਿਸੀਜ਼ਨ ਮੇਕਿੰਗ ਹੈ ਜਿਹੜੇ ਇਹ ਕੰਸੈਪਟ ਆ ਯੂਜ਼ ਹੁੰਦੇ ਆ ਰਿਫਲੈਕਸ਼ਨ ਲੈਵਲ ਦੇ ਵਿੱਚ। ਨੈਕਸਟ ਹੈਗਾ ਕਿ ਆਪਣੇ ਕੋਲ ਇਹ ਪ੍ਰੋਬਲਮ ਸੋਲਵਿੰਗ ਅਪਰੋਚ ਯੂਜ਼ ਕਰਦੇ ਹਾਂ। ਇਹਦੇ ਵਿੱਚ ਆਪਾਂ ਜਿਵੇਂ ਟੀਚਿੰਗ ਮੈਥਡ ਕਿਹੜੇ ਯੂਜ਼ ਕਰਦੇ ਹਾਂ ਉਹ ਆਪਾਂ ਦੇਖਦੇ ਹਾਂ ਕਿ ਇਹਦੇ ਵਿੱਚ ਪ੍ਰੋਬਲਮ ਸੋਲਵਿੰਗ ਅਪਰੋਚ ਕਿ ਬੱਚਿਆਂ ਨੂੰ ਇੱਕ ਪ੍ਰੋਬਲਮ ਦੇ ਦਿੱਤੀ ਜਾਂਦੀ ਹੈ, ਉਹ ਉਹਨਾਂ ਨੂੰ ਸੋਲਵ ਕਰਦੇ ਨੇ। ਤਾਂ ਸਟੂਡੈਂਟ ਐਂਡ ਟੀਚਰ ਜਿਹੜੇ ਮਤਲਬ ਇੰਟਰੈਕਸ਼ਨ ਹੋਊਗੀ, ਬਟ ਟੀਚਰ ਹੈ ਜਿਹੜਾ ਉਹ ਸਟੂਡੈਂਟਸ ਨੂੰ ਸਿਰਫ ਗਾਈਡ ਕਰੂਗਾ, ਸਟੂਡੈਂਟਸ ਜਿਹੜੇ ਉਹ ਖੁਦ ਪ੍ਰੋਬਲਮ ਨੂੰ ਸੋਲਵ ਕਰਨਗੇ। ਤਾਂ ਜਿਹੜਾ ਟੀਚਿੰਗ ਮੈਥਡਸ ਨੇ ਉਹ ਸਟੂਡੈਂਟ ਸੈਂਟਰਡ ਹੋਣਗੇ। ਅਵੈਲਿਊਏਸ਼ਨ ਦੇ ਕਿਹੜੇ ਤਰੀਕੇ ਹੋ ਸਕਦੇ ਨੇ ਰਿਫਲੈਕਸ਼ਨ ਲੈਵਲ ਦੇ ਲਈ, ਕਿਉਂਕਿ ਇਹਦੇ ਵਿੱਚ ਹਾਇਰ ਆਰਡਰ ਕੋਗਨੇਟਿਵ ਐਬਿਲਿਟੀ ਯੂਜ਼ ਹੁੰਦੀਆਂ, ਤਾਂ ਇਹਦੇ ਲਈ ਆਪਾਂ ਉਹਨਾਂ ਨੂੰ ਟੈਸਟ ਕਰਾਂਗੇ ਜਿਵੇਂ ਕਿ ਰੀਜ਼ਨਿੰਗ ਹੋ ਗਿਆ, ਲੌਜੀਕਲ ਰੀਜ਼ਨਿੰਗ, ਜਿਵੇਂ ਆਪਣੇ ਕੁਐਸਚਨ ਜਿਵੇਂ ਫਸਟ ਆਪਣੇ ਪੇਪਰ ਦੇ ਵਿੱਚ ਵੀ ਕੁਐਸਚਨਸ ਆਉਂਦੇ ਨੇ, ਹਾਈਐਸਟ ਆਰਡਰ ਦੀ ਥਿੰਕਿੰਗ ਮੀਨਸ ਯੂਜ਼ ਹੁੰਦੀ ਹੈ ਉਹਦੇ ਵਿੱਚ, ਕ੍ਰੀਏਟੀਵਿਟੀ, ਓਰੀਜਨਲ ਥਿੰਕਿੰਗ, ਪ੍ਰੋਬਲਮ ਸੋਲਵਿੰਗ ਜਾਂ ਕ੍ਰਿਟੀਕਲ ਥਿੰਕਿੰਗ। ਇਹ ਇਵੈਲੂਏਸ਼ਨ ਦੇ ਲਈ ਇਹਨਾਂ ਐਬਿਲਿਟੀਜ਼ ਨੂੰ ਆਪਾਂ ਟੈਸਟ ਕਰਦੇ ਹੈਗੇ ਹਾਂ। ਨੈਕਸਟ ਇਹਦੇ ਵਿੱਚ ਰਿਫਲੈਕਸ਼ਨ ਲੈਵਲ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਦੱਸਿਆ ਕਿ ਪ੍ਰੋਬਲਮ ਸੋਲਵਿੰਗ ਅਪਰੋਚ ਹੁੰਦੀ ਆ, ਤਾਂ ਪ੍ਰੋਬਲਮ ਸੋਲਵਿੰਗ ਅਪਰੋਚ ਦੇ ਕਿਹੜੇ 5 ਸਟੈਪਸ ਨੇ ਜਿਹੜੇ ਟੀਚਰ ਇੱਕ ਯੂਜ਼ ਕਰਦਾ। ਪਹਿਲਾਂ ਤਾਂ ਕ੍ਰੀਏਟ ਕਰਦੇ ਨੇ ਪ੍ਰੋਬਲਮੈਟਿਕ ਸਿਚੁਏਸ਼ਨ, ਬੱਚਿਆਂ ਨੂੰ ਕੋਈ ਵੀ ਪ੍ਰੋਬਲਮੈਟਿਕ ਸਿਚੁਏਸ਼ਨ ਮੀਨਸ ਜੋ ਜਿਸ ਚੀਜ਼ ਦਾ ਆਪਾਂ ਸੋਲਿਊਸ਼ਨ ਚਾਹੁੰਦੇ ਹਾਂ ਉਹ ਦੱਸਿਆ ਜਾਂਦਾ ਜਾਂ ਕ੍ਰੀਏਟ ਕੀਤਾ ਜਾਂਦਾ। ਉਸ ਤੋਂ ਬਾਅਦ ਫਾਰਮੂਲੇਸ਼ਨ ਆਫ ਹਾਈਪੋਥਸਿਸ, ਹਾਈਪੋਥਸਿਸ ਕੀ ਹੁੰਦੇ ਨੇ ਕਿਸੇ ਚੀਜ਼ ਦੇ ਟੈਂਟੇਟਿਵ ਸੋਲਿਊਸ਼ਨਸ, ਕਿ ਮੇ ਬੀ ਇਹ ਵੀ ਇਹਦਾ ਸੋਲਿਊਸ਼ਨ ਹੋ ਸਕਦਾ, ਮੇ ਬੀ ਇਹ ਵੀ ਇਹਦਾ ਸੋਲਿਊਸ਼ਨ ਹੋ ਸਕਦਾ, ਬਟ ਆਪਾਂ ਮੀਨਸ ਪ੍ਰੋਬਲਮ ਦੇ ਅਕੋਰਡਿੰਗ ਫਾਰਮੂਲੇਟ ਕਰ ਲੈਂਦੇ ਹਾਂ ਹਾਈਪੋਥਸਿਸ, ਟੈਂਟੇਟਿਵ ਸੋਲਿਊਸ਼ਨਸ। ਨੈਕਸਟ ਵੈਰੀਫਾਈ ਕੀਤਾ ਜਾਂਦਾ ਜੋ ਆਪਾਂ ਹਾਈਪੋਥਸਿਸ ਟੈਂਟੇਟਿਵ ਸੋਲਿਊਸ਼ਨ ਕਹਿ ਰਹੇ ਹਾਂ ਆਪਾਂ, ਹੋ ਸਕਦਾ ਉਹ ਸੋਲਿਊਸ਼ਨ ਹੋਣ, ਹੋ ਸਕਦਾ ਉਹ ਸੋਲਿਊਸ਼ਨ ਨਾ ਹੋਣ, ਤਾਂ ਆਪਾਂ ਉਹਨਾਂ ਨੂੰ ਵੈਰੀਫਾਈ ਕਰਨਾ ਕਿ ਇਹੀ ਸੋਲਿਊਸ਼ਨ ਹੈ ਸਾਡੀ ਪ੍ਰੋਬਲਮ ਦਾ ਜਾਂ ਨਹੀਂ ਹੈਗਾ, ਤਾਂ ਫਿਰ ਆਪਾਂ ਹਾਈਪੋਥਸਿਸ ਨੂੰ ਵੈਰੀਫਾਈ ਕਰਾਂਗੇ। ਤਾਂ ਵੈਰੀਫਾਈ ਕਰਨ ਦੇ ਲਈ ਆਪਾਂ ਕੀ ਆ, ਜਿਹੜੀ ਵੀ ਆਪਾਂ ਪੋਪੂਲੇਸ਼ਨ ਜਾਂ ਜਿਹੜੀ ਵੀ ਇਨਫੋਰਮੇਸ਼ਨ ਦੇ ਉੱਤੇ ਆਪਾਂ ਕੰਮ ਕਰ ਰਹੇ ਹਾਂ ਉਹਦੇ ਲਈ ਡਾਟਾ ਕਲੈਕਟ ਕਰਾਂਗੇ। ਨੈਕਸਟ ਸਟੈਪ ਆ ਜਾਂਦਾ ਆਪਣੇ ਕੋਲੇ ਕਲੈਕਸ਼ਨ ਆਫ ਡਾਟਾ। ਡਾਟਾ ਜਦੋਂ ਆਪਾਂ ਕਲੈਕਟ ਕਰ ਲਿਆ ਫਿਰ ਉਸ ਕਲੈਕਟਡ ਡਾਟਾ ਦੇ ਉੱਪਰ ਆਪਾਂ ਡਿਫਰੈਂਟ ਸਟੈਟਿਸਟੀਕਲ ਟੈਕਨੀਕਸ ਯੂਜ਼ ਕਰਕੇ ਹਾਈਪੋਥਸਿਸ ਨੂੰ ਟੈਸਟ ਕਰਾਂਗੇ। ਟੈਸਟਿੰਗ ਆਫ ਹਾਈਪੋਥਸਿਸ ਆਪਣਾ ਨੈਕਸਟ ਸਟੈਪ ਹੋਊਗਾ। ਜਦੋਂ ਹਾਈਪੋਥਸਿਸ ਟੈਸਟ ਹੋ ਗਿਆ ਜਾਂ ਹਾਈਪੋਥਸਿਸ ਰਿਜੈਕਟ ਹੋ ਜਾਊਗਾ ਜਾਂ ਅਸੈਪਟ ਹੋ ਜਾਊਗਾ। ਜੇ ਹਾਈਪੋਥਸਿਸ ਰਿਜੈਕਟ ਹੋ ਗਿਆ ਦਿਸ ਮੀਨਸ ਉਹ ਆਪਣੀ ਸੋਲਿਊਸ਼ਨ ਨਹੀਂ ਹੈਗਾ ਪ੍ਰੋਬਲਮ ਦਾ, ਤਾਂ ਦੈਨ ਆਪਾਂ ਅਲਟਰਨੇਟਿਵ ਹਾਈਪੋਥਸਿਸ 'ਤੇ ਜਾਂਦੇ ਹਾਂ। ਬਟ ਜੇ ਆਪਣਾ ਹਾਈਪੋਥਸਿਸ ਅਸੈਪਟ ਹੋ ਜਾਂਦਾ ਦਿਸ ਮੀਨਸ ਫਿਰ ਆਪਾਂ ਉਹ ਆਪਣੀ ਪ੍ਰੋਬਲਮ ਦਾ ਸੋਲਿਊਸ਼ਨ ਕੰਸੀਡਰ ਕਰ ਲੈਂਦੇ ਹਾਂ। ਨੈਕਸਟ ਹੈ ਆਪਣੇ ਕੋਲ ਟੋਪਿਕ ਓਬਜੈਕਟਿਵਸ ਆਫ ਟੀਚਿੰਗ, ਕਿ ਇੱਕ ਗੁੱਡ ਟੀਚਿੰਗ ਦੇ ਕਿਹੜੇ ਓਬਜੈਕਟਿਵਸ ਹੋ ਸਕਦੇ ਨੇ। ਪਹਿਲਾਂ ਤਾਂ ਸਭ ਤੋਂ ਇਹ ਧਿਆਨ ਰੱਖਣਾ ਆਪਾਂ ਕਿ ਟੀਚਿੰਗ ਹੈ ਜਿਹੜੀ ਉਹ ਇੰਟਰੈਕਟਿਵ ਪ੍ਰੋਸੈਸ ਹੁੰਦੀ ਹੈ, ਇੰਟਰੈਕਸ਼ਨ ਬਿਟਵੀਨ ਸਟੂਡੈਂਟ ਐਂਡ ਟੀਚਰ। ਅਤੇ ਉਸ ਤੋਂ ਬਾਅਦ ਜੇ ਆਪਾਂ ਟਰਾਈਪੋਲਰ ਕੰਸੈਪਟ ਦੀ ਗੱਲ ਕਰੀਏ ਤਾਂ ਇੰਟਰੈਕਸ਼ਨ ਬਿਟਵੀਨ ਸਟੂਡੈਂਟ, ਟੀਚਰ ਐਂਡ ਐਨਵਾਇਰਮੈਂਟ, ਲਰਨਿੰਗ ਐਨਵਾਇਰਮੈਂਟ ਵੀ ਉਹਦੇ ਵਿੱਚ ਇਫੈਕਟ ਕਰਦਾ ਹੈਗਾ। ਤਾਂ ਗੁੱਡ ਓਬਜੈਕਟਿਵਸ ਕਿਹੜੇ ਹੁੰਦੇ ਨੇ ਜਿਹੜੇ ਆਊਟਕਮ ਬੇਸਡ ਹੁੰਦੇ ਨੇ, ਮੈਜ਼ਰੇਬਲ ਹੁੰਦੇ ਨੇ, ਕਿ ਆਪਾਂ ਉਹਨਾਂ ਨੂੰ ਦੇਖ ਸਕਦੇ ਹਾਂ ਕਿ ਆਪਣਾ ਓਬਜੈਕਟਿਵ ਕਿੰਨਾ ਕੁ ਅਚੀਵ ਹੋਇਆ। ਤਾਂ ਇਸ ਤਰ੍ਹਾਂ ਦੇ ਓਬਜੈਕਟਿਵਸ ਨੇ ਜਿਹੜੇ ਉਹ ਗੁੱਡ ਓਬਜੈਕਟਿਵਸ ਹੁੰਦੇ ਨੇ, ਜਿਨ੍ਹਾਂ ਤੋਂ ਆਪਾਂ ਨੂੰ ਪਤਾ ਲੱਗ ਜੇ ਕਿ ਆਪਣੀ ਆਊਟਕਮ ਆਪਾਂ ਪੜ੍ਹਾਇਆ ਉਹਦੀ ਆਊਟਕਮ ਕੀ ਆਈ ਆ, ਉਹਨੂੰ ਆਪਾਂ ਮੈਜ਼ਰ ਕਰ ਸਕੀਏ। ਤਾਂ ਉਸ ਤੋਂ ਬਿਨਾਂ ਓਬਜੈਕਟਿਵਸ ਦੇ ਜਿਹੜੇ ਹੋਰ ਕਿਹੜੇ ਓਬਜੈਕਟਿਵਸ ਹੋ ਸਕਦੇ ਨੇ ਕਿ ਡਿਜ਼ਾਇਰਡ ਚੇਂਜਸ, ਬੱਚਿਆਂ ਦੇ ਵਿੱਚ ਆਪਾਂ ਕੋਈ ਡਿਜ਼ਾਇਰਡ ਚੇਂਜ ਕਰਨਾ ਚਾਹੁੰਦੇ ਹਾਂ, ਸਟੂਡੈਂਟ ਦੇ ਐਟੀਟਿਊਡ ਦੇ ਵਿੱਚ, ਉਹਦੇ ਬਿਹੇਵੀਅਰ ਦੇ ਵਿੱਚ ਆਪਾਂ ਕੋਈ ਸਪੈਸੀਫਿਕ ਚੇਂਜ ਲਿਆਉਣਾ ਚਾਹੁੰਦੇ ਹਾਂ, ਜਿਵੇਂ ਕੋਈ ਪ੍ਰੋਬਲਮ ਸੋਲਵਿੰਗ ਦਾ ਜਾਂ ਕੋਈ ਲੌਜੀਕਲ ਥਿੰਕਿੰਗ ਉਹਨਾਂ ਦੇ ਵਿੱਚ ਡਿਵੈਲਪ ਕਰਨਾ ਚਾਹੁੰਦੇ ਹਾਂ। ਅਤੇ ਇਸ ਤਰ੍ਹਾਂ ਦੇ ਮਤਲਬ ਡਿਜ਼ਾਇਰਡ ਚੇਂਜਸ ਕਰਨਾ ਚਾਹੁੰਦੇ ਹਾਂ। ਸ਼ੇਪ ਬਿਹੇਵੀਅਰ ਐਂਡ ਕੰਡਕਟ ਆਫ ਸਟੂਡੈਂਟਸ, ਸਟੂਡੈਂਟਸ ਦਾ ਜਿਹੜਾ ਬਿਹੇਵੀਅਰ ਹੈ ਜਾਂ ਕੰਡਕਟ ਹੈ ਮਤਲਬ ਵਰਤੇ ਦਾ ਸਲੀਕਾ ਹੈ ਜਿਹੜਾ ਉਹ ਸ਼ੇਪ ਹੁੰਦਾ ਹੈਗਾ ਇੱਕ ਗੁੱਡ ਟੀਚਿੰਗ ਦੇ ਵਿੱਚ। ਨੈਕਸਟ ਆਪਣੇ ਕੋਲ ਆ ਜਾਂਦਾ ਡਿਵੈਲਪ ਚਿਲਡਰਨ ਇਨਟੂ ਐਫੀਸ਼ੀਐਂਟ ਮੈਂਬਰ ਆਫ ਸੁਸਾਇਟੀ। ਅਲਟੀਮੇਟਲੀ ਆਪਾਂ ਟੀਚਿੰਗ ਕਾਹਦੇ ਲਈ ਕਰਦੇ ਹਾਂ ਕਿ ਬੱਚੇ ਐਫੀਸ਼ੀਐਂਟ ਮੈਂਬਰ ਦੇ ਤੌਰ 'ਤੇ ਸੁਸਾਇਟੀ ਦੇ ਵਿੱਚ ਆਪਣਾ ਕੁਛ ਯੋਗਦਾਨ ਪਾ ਸਕਣ, ਸੁਸਾਇਟੀ ਦੇ ਵਿੱਚ ਕੋਈ ਐਫੀਸ਼ੀਐਂਟ ਮੈਂਬਰ ਦੇ ਤੌਰ 'ਤੇ ਉਹ ਕੰਮ ਕਰਨ। ਡਿਵੈਲਪ ਕੰਸੈਪਚੁਅਲ, ਇੰਟਲੈਕਚੁਅਲ ਐਂਡ ਸਬਜੈਕਟ ਸਪੈਸੀਫਿਕ ਸਕਿੱਲਸ, ਕੰਸੈਪਚੁਅਲ ਸਕਿੱਲਸ ਬੱਚਿਆਂ 'ਚ ਡਿਵੈਲਪ ਕਰਨੀਆਂ, ਇੰਟਲੈਕਚੁਅਲ ਡਿਵੈਲਪਮੈਂਟ ਕਰਨੀ ਉਹਨਾਂ ਦੀ, ਜਾਂ ਉਸ ਤੋਂ ਬਿਨਾਂ ਸਬਜੈਕਟ ਸਪੈਸੀਫਿਕ ਜਿਹੜਾ ਵੀ ਆਪਾਂ ਸਬਜੈਕਟ ਮੀਨਸ ਆਪਣਾ ਪੜ੍ਹਾ ਰਹੇ ਹਾਂ ਉਹਦੇ ਨਾਲ ਰਿਲੇਟਡ ਜੋ ਸਕਿੱਲਸ ਆ ਉਹ ਡਿਵੈਲਪ ਕਰਨੀਆਂ, ਉਹ ਆਪਣਾ ਟੀਚਿੰਗ ਦਾ ਓਬਜੈਕਟਿਵ ਹੁੰਦਾ।
ਅੰਡਰਸਟੈਂਡਿੰਗ ਡਿਵੈਲਪ ਕਰਨਾ ਤੇ ਕ੍ਰਿਟੀਕਲ ਥਿੰਕਿੰਗ, ਇਹ ਆਪਣੀ ਟੀਚਿੰਗ ਦੇ ਮੇਨ ਹੈ ਜਿਹੜੇ ਉਹ ਆਬਜੈਕਟਿਵਸ ਹੁੰਦੇ ਨੇ। ਨੈਕਸਟ ਆਪਣੇ ਕੋਲੇ ਡਿਫਰੈਂਟ ਜਿਹੜੇ ਆਥਰਸ ਨੇ ਉਹਨਾਂ ਨੇ ਡਿਫਰੈਂਟ ਆਪਣੀਆਂ ਥਿਊਰੀਜ਼ ਦਿੱਤੀਆਂ ਨੇ ਆਬਜੈਕਟਿਵਸ ਦੇ ਨਾਲ ਰਿਲੇਟਡ, ਜਿਵੇਂ ਇੱਕ ਬਲੂਮਸ ਦੀ ਟੈਕਸੋਨਮੀ ਆਪਣੇ ਸਿਲੇਬਸ ਦੇ ਵਿੱਚ ਹੈਗੀ ਆ, ਦੂਸਰੀ ਹੈਗੀ ਆਪਣੇ ਕੋਲੇ ਗੈਗਨੇ ਦੀ। ਤਾਂ ਆਪਾਂ ਪਹਿਲਾਂ ਬਲੂਮਸ ਟੈਕਸੋਨਮੀ ਦੇ ਅਕੋਰਡਿੰਗ ਦੇਖਦੇ ਹਾਂ ਕਿ ਇਹਨੇ ਆਪਣੀਆਂ ਮਤਲਬ ਡੋਮੇਨਸ, 3 ਡੋਮੇਨਸ ਦਿੱਤੀਆਂ ਨੇ, 3 ਡੋਮੇਨਸ ਦੇ ਅਕੋਰਡਿੰਗ ਆਬਜੈਕਟਿਵਸ ਦਿੱਤੇ ਨੇ ਟੀਚਿੰਗ ਦੇ, ਕਿ ਇੱਕ ਕੋਗਨੇਟਿਵ ਡੋਮੇਨ, ਦੂਸਰਾ ਅਫੈਕਟਿਵ ਡੋਮੇਨ, ਤੀਸਰੀ ਸਾਈਕੋਮੋਟਰ ਡੋਮੇਨ। ਤਿੰਨੋਂ ਡੋਮੇਨਸ ਦੇ ਨਾਮ ਆਪਾਂ ਯਾਦ ਰੱਖਣੇ ਆ ਕਿ ਬਲੂਮਸ ਦੀ ਟੈਕਸੋਨਮੀ ਦੇ ਅਕੋਰਡਿੰਗ ਆਪਾਂ ਨੂੰ ਕਿਹੜੀਆਂ ਡੋਮੇਨਸ ਦਿੱਤੀਆਂ ਨੇ 3, ਕੋਗਨੇਟਿਵ, ਅਫੈਕਟਿਵ ਐਂਡ ਸਾਈਕੋਮੋਟਰ। ਕੋਗਨੇਟਿਵ ਕੀ ਹੁੰਦਾ, ਜਿਵੇਂ ਆਪਣੇ ਇੰਟਲੈਕਚੁਅਲ ਨਾਲ, ਆਪਣੇ ਮਾਈਂਡ ਨਾਲ, ਬ੍ਰੇਨ ਨਾਲ ਰਿਲੇਟਡ ਚੀਜ਼ਾਂ। ਇਫੈਕਟਿਵ ਹੁੰਦਾ ਆਪਣੀ ਬਿਹੇਵੀਅਰ ਦੇ ਨਾਲ, ਆਪਣੀ ਮਤਲਬ ਅਫੈਕਸ਼ਨ, ਆਪਣੇ ਇਮੋਸ਼ਨਸ ਦੇ ਨਾਲ ਰਿਲੇਟਡ ਚੀਜ਼ਾਂ। ਸਾਈਕੋਮੋਟਰ ਆਪਣੀ ਫਿਜ਼ੀਕਲ ਰਿਲੇਟਡ ਚੀਜ਼ਾਂ ਜੋ ਆਪਾਂ ਐਕਟੀਵਿਟੀਜ਼ ਕਰਦੇ ਹਾਂ ਫਿਜ਼ੀਕਲੀ। ਤਾਂ ਕੋਗਨੇਟਿਵ ਡੋਮੇਨ ਦੇ ਵਿੱਚ ਜਿਹੜਾ ਹੈਗਾ ਇਹਦਾ ਆਬਜੈਕਟਿਵ ਕੀ ਹੈ ਕਿ ਨੌਲੇਜ ਦੇਣੀ, ਕੰਪਰੀਹੈਂਸ਼ਨ, ਐਪਲੀਕੇਸ਼ਨ, ਉਹਦੀ ਨੌਲੇਜ ਦੀ ਐਪਲੀਕੇਸ਼ਨ ਕੀ ਹੈ ਬੱਚੇ ਨੂੰ ਉਹ ਦੱਸਣੀ। ਐਨਾਲਿਸਿਸ, ਸਿੰਥੇਸਿਸ, ਐਵੈਲੂਏਸ਼ਨ। ਐਨਾਲਿਸਿਸ ਮਤਲਬ ਚੀਜ਼ਾਂ ਨੂੰ ਬ੍ਰੇਕ ਡਾਊਨ ਕਰਨਾ, ਫਿਰ ਸਿੰਥੇਸਿਸ ਉਹਨਾਂ ਨੂੰ ਇਕੱਠਾ ਕਰਕੇ ਸਿੱਖਣਾ। ਐਵੈਲੂਏਸ਼ਨ, ਉਹਦੀ ਕੀ ਐਵੈਲੂਏਸ਼ਨ ਕਰਨੀ ਕਿ ਕਿੰਨਾ ਕੁ ਗੇਨ ਹੋਇਆ, ਕਿੰਨਾ ਕੁ ਨਹੀਂ ਹੋਇਆ ਆਪਣਾ ਆਬਜੈਕਟਿਵ ਗੇਨ। ਨੈਕਸਟ ਹੈ ਆਪਣੇ ਕੋਲੇ ਅਫੈਕਟਿਵ ਡੋਮੇਨ। ਅਫੈਕਟਿਵ ਡੋਮੇਨ ਦੇ ਵਿੱਚ ਕੀ ਹੁੰਦਾ ਕਿ ਆਪਾਂ ਮੰਨ ਲਓ ਬਿਹੇਵੀਅਰ ਹੈ ਕਿਸੇ ਦਾ, ਆਪਾਂ ਕਹਿੰਦੇ ਹਾਂ ਆਮ ਹੀ ਕਿ ਆਪਾਂ ਬਿਹੇਵੀਅਰ ਜਿੱਦਾਂ ਦਾ ਆਪਣੇ ਨਾਲ ਸਾਹਮਣੇ ਵਾਲਾ ਬਿਹੇਵੀਅਰ ਕਰਦਾ ਉੱਦਾਂ ਦਾ ਆਪਾਂ ਉਹਨੂੰ ਰਿਸਪੌਂਸ ਕਰਦੇ ਹਾਂ। ਅਤੇ ਰਿਸੀਵਿੰਗ ਮੀਨਸ ਸਾਹਮਣੇ ਵਾਲੇ ਨੇ ਜੋ ਬਿਹੇਵੀਅਰ ਕੀਤਾ ਉਹਨੂੰ ਆਪਾਂ ਰਿਸੀਵ ਕਰਦੇ ਹਾਂ, ਉਸ ਤੋਂ ਬਾਅਦ ਆਪਾਂ ਉਹਨੂੰ ਰਿਸਪੌਂਡ ਕਰਦੇ ਹਾਂ ਉਵੇਂ ਦਾ। ਵੈਲਿਊਇੰਗ, ਜੇ ਕੋਈ ਆਪਣੇ ਨਾਲ ਵਧੀਆ ਬਿਹੇਵੀਅਰ ਕਰਦਾ ਉਹਨੂੰ ਆਪਾਂ ਵੈਲਿਊ ਕਰਦੇ ਹਾਂ। ਨੈਕਸਟ ਔਰਗੇਨਾਈਜ਼ਿੰਗ ਐਂਡ ਕਰੈਕਟਰਾਈਜ਼ਿੰਗ, ਅਤੇ ਆਪਾਂ ਫਿਰ ਇਹਨਾਂ ਚੀਜ਼ਾਂ ਨੂੰ ਔਰਗੇਨਾਈਜ਼ ਕਰਨਾ ਹੈ ਕਿ ਕਿੱਥੇ ਆਪਾਂ ਕਿਵੇਂ ਦਾ ਬਿਹੇਵੀਅਰ ਕਰਨਾ ਹੈ, ਕਿਵੇਂ ਦਾ ਨਹੀਂ ਕਰਨਾ, ਉਹਨਾਂ ਚੀਜ਼ਾਂ ਨੂੰ ਆਪਾਂ ਔਰਗੇਨਾਈਜ਼ ਕਰਨਾ, ਕਰੈਕਟਰਾਈਜ਼ ਕਰਨਾ ਗੁੱਡ ਐਂਡ ਬੈਡ ਬਿਹੇਵੀਅਰ ਨੂੰ ਜਾਂ ਐਕਟੀਵਿਟੀਜ਼ ਨੂੰ। ਨੈਕਸਟ ਆ ਜਾਂਦਾ ਆਪਣੇ ਕੋਲੇ ਸਾਈਕੋਮੋਟਰ ਡੋਮੇਨ। ਸਾਈਕੋਮੋਟਰ ਡੋਮੇਨ ਦੇ ਵਿੱਚ ਜਿਵੇਂ ਆਪਾਂ ਫਿਜ਼ੀਕਲ ਐਕਟੀਵਿਟੀ ਕਰਨੀ ਹੈ, ਪਹਿਲਾਂ ਆਪਾਂ ਕਿਸੇ ਨੂੰ ਐਕਟੀਵਿਟੀ ਕਰਦੇ ਦੇਖਦੇ ਹਾਂ, ਓਬਜ਼ਰਵ ਕਰਦੇ ਹਾਂ, ਉਸ ਤੋਂ ਬਾਅਦ ਇਮੀਟੇਸ਼ਨ ਮੀਨਸ ਕਿਸੇ ਦੀ ਆਪਾਂ ਨਕਲ ਕਰਨਾ, ਇਮੀਟੇਟ ਕਰਨਾ। ਉਸ ਤੋਂ ਬਾਅਦ ਆਪਾਂ ਉਹਨੂੰ ਪ੍ਰੈਕਟਿਸ ਕਰਦੇ ਹਾਂ, ਜੋ ਕਿਸੇ ਨੇ ਬਿਹੇਵੀਅਰ ਆਪਣੇ ਸਾਹਮਣੇ ਮਤਲਬ ਕੋਈ ਫਿਜ਼ੀਕਲ ਐਕਟੀਵਿਟੀ ਕਰਕੇ ਦਿਖਾਈ ਉਸ ਨੂੰ ਆਪਾਂ ਫਿਰ ਉਹਦੇ ਅਕੋਰਡਿੰਗ ਕਾਪੀ ਕਰਕੇ ਕਰਨ ਦੀ ਕੋਸ਼ਿਸ਼ ਕੀਤੀ। ਉਸ ਤੋਂ ਬਾਅਦ ਆਪਾਂ ਉਹਨੂੰ ਪ੍ਰੈਕਟਿਸ ਕਰੀ ਜਾਵਾਂਗੇ, ਵਾਰ ਪ੍ਰੈਕਟਿਸ ਕਰਾਂਗੇ ਤਾਂ ਫਿਰ ਉਹ ਆਪਣੀ ਅਡਾਪਟੇਸ਼ਨ ਹੋ ਜੂਗੀ, ਮੀਨਜ਼ ਆਪਾਂ ਉਸ ਚੀਜ਼ ਨੂੰ ਅਡਾਪਟ ਕਰ ਲਾਂਗੇ। ਉਸ ਤੋਂ ਬਾਅਦ ਨੈਚੁਰਲਾਈਜੇਸ਼ਨ, ਪਹਿਲਾਂ ਆਪਾਂ ਨੂੰ ਸਿੱਖ ਕੇ ਚੀਜ਼ਾਂ ਕਰਨੀਆਂ ਪੈਣਗੀਆਂ, ਫਿਰ ਉਹ ਆਟੋਮੈਟਿਕਲੀ ਆਪਾਂ ਨੂੰ ਨੈਚੁਰਲ ਹੋ ਜੂਗਾ ਕਿ ਆਉਣ ਲੱਗ ਜੂਗਾ। ਨੈਕਸਟ ਹੈ ਆਪਣੇ ਕੋਲੇ ਗੈਗਨੇ ਐਂਡ ਬ੍ਰਿਗਸ ਦਾ ਮਾਡਲ। ਉਹਨਾਂ ਨੇ ਆਪਣੇ ਜਿਹੜੇ ਕੰਸੈਪਟ ਦਿੱਤੇ ਨੇ ਉਹ ਕੀ ਆ, ਵਰਬਲ ਇਨਫੋਰਮੇਸ਼ਨ, ਆਬਜੈਕਟਿਵ ਮੀਨਸ ਕਿਹੜੇ ਉਹਦੇ ਅਕੋਰਡਿੰਗ ਹੋਣੇ ਚਾਹੀਦੇ ਨੇ, ਵਰਬਲ ਇਨਫੋਰਮੇਸ਼ਨ ਦੇਣੀ, ਇੰਟਲੈਕਚੁਅਲ ਸਕਿੱਲ ਡਿਵੈਲਪ ਕਰਨੇ ਬੱਚੇ ਦੇ ਵਿੱਚ, ਕੋਗਨੇਟਿਵ ਸਕਿੱਲਸ ਡਿਵੈਲਪ ਕਰਨੇ, ਉਸ ਤੋਂ ਬਿਨਾਂ ਮੋਟਰ ਸਕਿੱਲਸ। ਇਹਨਾਂ ਦੀ ਐਕਸਪਲੇਨੇਸ਼ਨ ਹੈ ਜਿਹੜੀ ਉਹ ਐਜ਼ ਇਟ ਇਜ਼ ਉਵੇਂ ਹੀ ਆ ਜਾਣੀ ਹੈ, ਜਿਵੇਂ ਮੋਟਰ ਸਕਿੱਲ ਦੇ ਵਿੱਚ ਫਿਜ਼ੀਕਲ ਐਕਟੀਵਿਟੀਜ਼ ਹੋ ਗਈਆਂ, ਐਟੀਟਿਊਡ ਦੇ ਵਿੱਚ ਆਪਣੇ ਬਿਹੇਵੀਅਰ ਵਗੈਰਾ ਹੋ ਗਿਆ, ਅਤੇ ਕੋਗਨੇਟਿਵ ਐਂਡ ਇੰਟਲੈਕਚੁਅਲ ਆਪਣੇ ਬ੍ਰੇਨ ਨਾਲ ਰਿਲੇਟਡ ਹੋ ਗਿਆ। ਵਰਬਲ ਇਨਫੋਰਮੇਸ਼ਨ ਜਿਵੇਂ ਆਪਾਂ ਬੋਲ ਕੇ ਜੋ ਵੀ ਇਨਫੋਰਮੇਸ਼ਨ ਹੈ ਉਹ ਗੇਨ ਕਰਦੇ ਹਾਂ, ਇਹ ਚੀਜ਼ਾਂ ਆਪਣੇ ਕੋਲ ਇਹਦੇ ਵਿੱਚ ਆ ਜਾਂਦੀਆਂ। ਤਾਂ ਆਪਾਂ ਇਹ ਪੂਰਾ ਯਾਦ ਰੱਖਣਾ ਕਿ ਬਲੂਮਸ ਟੈਕਸੋਨਮੀ, ਬਲੂਮਸ ਦੇ ਅਕੋਰਡਿੰਗ ਕਿਹੜੇ ਟੀਚਿੰਗ ਆਬਜੈਕਟਿਵਸ ਨੇ, ਅਤੇ ਗੈਗਨੇ ਦੇ ਅਕੋਰਡਿੰਗ ਜਾਂ ਬ੍ਰਿਗਸ ਦੇ ਅਕੋਰਡਿੰਗ ਕਿਹੜੇ ਆਪਣੇ ਕੋਲੇ ਟੀਚਿੰਗ ਆਬਜੈਕਟਿਵਸ ਨੇ। ਨੈਕਸਟ ਹੈ ਆਪਣੇ ਕੋਲੇ ਕਰੈਕਟਰਿਸਟਿਕਸ ਆਫ ਟੀਚਿੰਗ, ਕਿ ਟੀਚਿੰਗ ਦੀ ਕਰੈਕਟਰਿਸਟਿਕਸ ਕੀ ਨੇ, ਟੀਚਿੰਗ ਕਿੱਦਾਂ ਦੀ ਹੁੰਦੀ ਹੈ। ਡਾਇਨਮਿਕ, ਚੇਂਜ ਹੁੰਦੀ ਰਹਿੰਦੀ ਹੈ ਟਾਈਮ ਟੂ ਟਾਈਮ। ਸੋਸ਼ਲ ਐਂਡ ਹਿਊਮਨ ਮੀਨਸ ਸੁਸਾਇਟੀ ਦੇ ਅਕੋਰਡਿੰਗ, ਹਿਊਮਨ ਨੇਚਰ ਦੇ ਅਕੋਰਡਿੰਗ, ਇੰਡੀਵਿਜੂਅਲ ਡਿਫਰੈਂਸਿਸ ਦੇ ਅਕੋਰਡਿੰਗ ਡਾਇਨਮਿਕ ਹੁੰਦੀ ਹੈ, ਚੇਂਜ ਹੁੰਦੀ ਰਹਿੰਦੀ ਹੈ। ਟੀਚਿੰਗ ਇਜ਼ ਅ ਸਾਇੰਸ ਹੈ, ਪ੍ਰੋਪਰਲੀ ਇਹਦਾ ਸਿਸਟਮ ਹੈ ਇੱਕ। ਟੀਚਿੰਗ ਇਜ਼ ਐਨ ਆਰਟ, ਟੀਚਿੰਗ ਇੱਕ ਆਰਟ ਹੈ, ਇਹਦੇ ਵਿੱਚ ਐਕਸਪਲੇਨ ਕਰਨ ਵਾਲੀ ਮੈਨੂੰ ਲੱਗਦਾ ਨਹੀਂ ਕੋਈ ਚੀਜ਼ ਹੈ, ਕਿਉਂਕਿ ਕਲਾ ਤੋਂ ਬਿਨਾਂ ਨਹੀਂ ਟੀਚਿੰਗ ਆਪਾਂ ਕਰਵਾ ਸਕਦੇ। ਡਾਇਵਰਸ ਐਪਲੀਕੇਸ਼ਨ, ਇਹਦੀਆਂ ਐਪਲੀਕੇਸ਼ਨਸ ਨੇ ਬਹੁਤ ਜ਼ਿਆਦਾ ਡਾਇਵਰਸ, ਮਤਲਬ ਆਪਾਂ ਐਜੂਕੇਸ਼ਨ ਨੂੰ ਅਲੱਗ-ਅਲੱਗ ਫੀਲਡਸ ਦੇ ਵਿੱਚ ਅਲੱਗ-ਅਲੱਗ ਜਗ੍ਹਾ 'ਤੇ ਯੂਜ਼ ਕਰ ਸਕਦੇ ਹਾਂ। ਸਿਸਟਮ ਆਫ ਐਕਸ਼ਨਸ, ਜਿੱਦਾਂ ਦੀ ਆਪਣੀ ਐਜੂਕੇਸ਼ਨ ਹੋਊਗੀ ਉੱਦਾਂ ਦੀਆਂ ਆਪਣੀਆਂ ਐਕਸ਼ਨਸ ਹੋਣਗੇ, ਉਹ ਆਪਣੇ ਵਿੱਚੋਂ ਝਲਕੂਗਾ, ਆਪਣੇ ਬਿਹੇਵੀਅਰ ਦੇ ਵਿੱਚੋਂ ਆਪਣੀ ਐਜੂਕੇਸ਼ਨ ਹੈ ਜਿਹੜੀ। ਪ੍ਰੋਫੈਸ਼ਨਲ ਐਕਟੀਵਿਟੀ ਹੈ, ਜਿਵੇਂ ਕਿ ਟੀਚਰ ਟੀਚਿੰਗ ਨੂੰ ਪ੍ਰੋਫੈਸ਼ਨਲ ਤੌਰ 'ਤੇ ਇੱਕ ਐਕਟੀਵਿਟੀ ਕਰ ਰਹੇ ਨੇ। ਇੰਟਰੈਕਟਿਵ ਪ੍ਰੋਸੈਸ ਹੈ, ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਬਾਈਪੋਲਰ ਕੰਸੈਪਟ ਜਿਹਦੇ 2 ਪਿਲਰ ਹੁੰਦੇ ਨੇ, ਸਟੂਡੈਂਟ ਅਤੇ ਟੀਚਰ ਦੇ ਵਿੱਚ ਵੀ ਇੰਟਰੈਕਸ਼ਨ ਹੁੰਦੀ ਆ। ਉਸ ਤੋਂ ਬਿਨਾਂ ਐਨਵਾਇਰਮੈਂਟ ਦੇ ਨਾਲ, ਟਰਾਈਪੋਲਰ ਪ੍ਰੋਸੈਸ ਦੇ ਵਿੱਚ ਐਨਵਾਇਰਮੈਂਟ ਨੂੰ ਵੀ ਆਪਾਂ ਵਿੱਚ ਕਾਊਂਟ ਕਰਦੇ ਹਾਂ। ਤਾਂ ਟੀਚਿੰਗ ਹੈ ਜਿਹੜੀ ਉਹ ਇੱਕ ਇੰਟਰੈਕਟਿਵ ਪ੍ਰੋਸੈਸ ਹੈ। ਸਬਜੈਕਟਡ ਟੂ ਐਨਾਲਾਈਜ਼
एनालिसिस एंड असैसमेंट आप ਇਹਦਾ एनालिसिस कर सकते हैं, ਇਹਦੀ असैसमेंट कर सकते हैं। असैसमेंट ਜਾਂ एवैल्यूएशन कह सकते हैं ਆਪਾਂ कि किन्ना अपनी टीचिंग है ਜਿਹੜੀ ਉਹ ਇਫੈਕਟਿਵ है, किन्नी ਹੋਈ है, ਬੱਚੇ ਨੇ ਕਿੰਨਾ ਲਰਨ ਕੀਤਾ ਹੈ। ਸਪੈਸ਼ਲਾਈਜ਼ਡ ਟਾਸਕ ਹੈ, ਆਪਾਂ ਕੋਈ ਪਰਟੀਕੂਲਰ ਸਪੈਸ਼ਲ ਮੀਨਸ ਟੌਪਿਕ ਜਾਂ ਸਬਜੈਕਟ ਪੜ੍ਹਾਉਂਦੇ ਹੁੰਦੇ ਆ ਤਾਂ ਸਪੈਸ਼ਲਾਈਜ਼ਡ ਟਾਸਕ ਹੈਗਾ ਟੀਚਿੰਗ। ਕਲੈਕਸ਼ਨ ਆਫ ਵੇਰੀਅਸ ਮਾਡਲਸ, ਵੱਖੋ ਵੱਖਰੇ ਮਾਡਲਸ ਦੀ ਕਲੈਕਸ਼ਨ ਹੈਗੀ ਆ। ਜਿਵੇਂ ਟੀਚਿੰਗ ਦਾ ਪਹਿਲਾਂ ਹੁਣੇ ਹੀ ਆਪਾਂ ਪੜ੍ਹ ਕੇ ਹਟੇ ਹਾਂ ਕਿ ਬਲੂਮਜ਼ ਟੈਕਸੋਨਮੀ ਹੋ ਗਈ ਜਾਂ ਹਰਬਰਟ ਮਾਡਲ ਪਿੱਛੇ ਆਪਾਂ ਕੀਤਾ ਸੀਗਾ ਲੈਵਲਸ ਆਫ ਟੀਚਿੰਗ ਦੇ ਵਿੱਚ, ਲੈਵਲਸ ਦੇ ਵਿੱਚ ਜਿਵੇਂ। ਅਤੇ ਉਸੇ ਤਰ੍ਹਾਂ ਆਪਣੇ ਕੋਲ ਹਰ ਵਰਸ਼ਨ ਦਾ ਮਾਡਲ ਮਤਲਬ ਡਿਫਰੈਂਟ ਜਿਹੜੇ ਆਥਰਸ ਦੇ ਉਹ ਮਾਡਲਸ ਹੁੰਦੇ ਉਹਨਾਂ ਦੀ ਕਲੈਕਸ਼ਨ ਹੈ। ਕੰਟੀਨਿਊ ਪ੍ਰੋਸੈਸ ਬਰਥ ਤੋਂ ਲੈ ਕੇ ਡੈਥ ਤੱਕ, ਈਵਨ ਬਰਥ ਤੋਂ ਵੀ ਪਹਿਲਾਂ ਕੰਸੈਪਸ਼ਨ ਤੋਂ ਲੈ ਕੇ ਕੰਸੀਵਿੰਗ ਤੋਂ ਲੈ ਕੇ ਮੀਨਸ ਆਪਣੀ ਡੈਥ ਤੱਕ ਹੈ ਜਿਹੜੀ ਉਹ ਲਰਨਿੰਗ ਜਿਹੜੀ ਹੁੰਦੀ ਰਹਿੰਦੀ ਹੈ, ਟੀਚਿੰਗ ਹੈ ਜਿਹੜੀ ਉਹ ਪ੍ਰੋਸੈਸ ਚੱਲਦਾ ਰਹਿੰਦਾ। ਨੈਕਸਟ ਹੈ ਬੇਸਿਕ ਰਿਕੁਆਇਰਮੈਂਟਸ ਆਫ ਟੀਚਿੰਗ, ਕਿ ਟੀਚਿੰਗ ਦੇ ਮੇਨ ਜਿਹੜੇ ਨੇ ਵੇਰੀਏਬਲਸ ਕਿਹੜੇ ਨੇ। ਵੈਸੇ ਆਪਾਂ ਪਹਿਲਾਂ ਦੱਸ ਹੀ ਚੁੱਕੇ ਹਾਂ ਪਰ ਆਪਾਂ ਇੱਥੇ ਪੂਰਾ ਫਾਰਮਲ ਉਹਦੇ ਤਰੀਕੇ ਨਾਲ ਕਰਾਂਗੇ ਕਿ ਇੰਡੀਪੈਂਡੈਂਟ, ਡਿਪੈਂਡੈਂਟ ਜਾਂ ਇੰਟਰਵੀਨਿੰਗ ਵੇਰੀਏਬਲਸ ਕਿਹੜੇ ਹੁੰਦੇ ਨੇ। ਜਿਵੇਂ ਟੀਚਰ, ਸਟੂਡੈਂਟ ਅਤੇ ਐਨਵਾਇਰਨਮੈਂਟ ਤੁਹਾਨੂੰ ਦੱਸਿਆ ਸੀਗਾ ਕਿ ਤਿੰਨ ਬੇਸਿਕ ਜਿਹੜੇ ਕੰਸੈਪਟ ਨੇ ਜਿਨ੍ਹਾਂ ਦੇ ਵਿੱਚ ਇੰਟਰੈਕਸ਼ਨ ਹੁੰਦੀ ਆ, ਉਸ ਇੰਟਰੈਕਟਿਵ ਪ੍ਰੋਸੈਸ ਨੂੰ ਆਪਾਂ ਟੀਚਿੰਗ ਕਹਿੰਦੇ ਹਾਂ। ਤਾਂ ਟੀਚਰ ਹੈ ਜਿਹੜਾ ਉਹ ਇਹਦੇ ਵਿੱਚ ਇੰਡੀਪੈਂਡੈਂਟ ਵੇਰੀਏਬਲ ਦਾ ਰੋਲ ਪਲੇ ਕਰਦਾ। ਇੰਡੀਪੈਂਡੈਂਟ ਹੁੰਦਾ ਜਿਹਦੇ 'ਤੇ ਮਤਲਬ ਕੋਈ ਬਹੁਤਾ ਕਿਸੇ ਦੂਜੀ ਚੀਜ਼ ਦਾ ਅਸਰ ਨਹੀਂ ਹੁੰਦਾ। ਡਿਪੈਂਡੈਂਟ ਕੌਣ ਹੈ, ਜਿਹਦੇ ਵਿੱਚ ਆਪਾਂ ਚੇਂਜ ਕਰਨਾ। ਜਿਵੇਂ ਸਟੂਡੈਂਟ ਦੇ ਬਿਹੇਵੀਅਰ 'ਚ ਆਪਾਂ ਉਹਨੂੰ ਸਿਖਾਉਣੀਆਂ ਨੇ ਚੀਜ਼ਾਂ ਤਾਂ ਉਹ ਡਿਪੈਂਡੈਂਟ ਵੇਰੀਏਬਲ ਆ, ਉਹਦੇ ਵਿੱਚ ਚੇਂਜਸ ਹੋਣਗੀਆਂ। ਨੈਕਸਟ ਹੈਗੇ ਇੰਟਰਵੀਨਿੰਗ ਹੁੰਦੇ ਨੇ ਜਿਹੜੇ ਵਿਚਾਲੇ ਵਾਲੇ ਫੈਕਟਰਸ ਜਿਹੜੇ ਇਹਨਾਂ ਦੋਨਾਂ ਚੀਜ਼ਾਂ ਨੂੰ ਇਫੈਕਟ ਕਰਦੇ ਨੇ। ਤਾਂ ਉਹ ਕਿਹੜੇ ਨੇ, ਕਰੀਕੁਲਮ, ਜਿੱਦਾਂ ਔਖਾ ਹੈ ਕਰੀਕੁਲਮ ਜਾਂ ਸੌਖਾ ਹੈ ਕਰੀਕੁਲਮ ਕਿਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਜਿਹੜਾ ਆਪਣੀ ਟੀਚਿੰਗ ਹੋਊਗੀ। ਐਨਵਾਇਰਨਮੈਂਟ ਮੀਨਸ ਫੇਵਰੇਬਲ ਵੀ ਹੋ ਸਕਦਾ ਐਨਵਾਇਰਨਮੈਂਟ, ਜਾਂ ਜੇ ਕੁਝ ਡਿਸਟਰਬੈਂਸ ਹੋ ਰਹੀ ਹੈ ਤਾਂ ਉਹ ਅਨਫੇਵਰੇਬਲ ਐਨਵਾਇਰਨਮੈਂਟ ਹੋ ਜਾਂਦਾ। ਟੀਚਿੰਗ ਦੇ ਮੈਥਡਸ ਕਿਹੜੇ ਯੂਜ਼ ਕਰ ਰਹੇ ਹਾਂ ਆਪਾਂ ਟੀਚਿੰਗ ਦੇ ਲਈ, ਉਹ ਸਾਰੇ ਇਹ ਇੰਟਰਵੀਨਿੰਗ ਫੈਕਟਰਸ ਹੁੰਦੇ ਆ। ਸਟੂਡੈਂਟ ਦੇ ਬਿਹੇਵੀਅਰ ਦੇ ਵਿੱਚ ਜੋ ਚੇਂਜ ਆਊਗੀ ਟੀਚਰ ਦੇ ਥਰੂ, ਟੀਚਿੰਗ ਦੇ ਥਰੂ, ਉਹ ਮਤਲਬ ਇਫੈਕਟ ਕਰਦੇ ਨੇ ਇਹ ਸਾਰੀਆਂ ਚੀਜ਼ਾਂ। ਤਾਂ ਨੈਕਸਟ ਆਪਣੇ ਕੋਲ ਆ ਜਾਂਦਾ ਕਰੈਕਟਰਿਸਟਿਕਸ ਔਰ ਪ੍ਰਿੰਸੀਪਲਸ ਆਫ ਟੀਚਿੰਗ। ਪ੍ਰਿੰਸੀਪਲਸ ਕਿਹੜੇ ਨੇ ਟੀਚਿੰਗ ਦੇ, ਮੋਟੀਵੇਸ਼ਨ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ, ਜਿਵੇਂ ਸਟੂਡੈਂਟ ਲਈ ਵੀ ਅਤੇ ਟੀਚਰ ਲਈ ਵੀ। ਜਦੋਂ ਟੀਚਰ ਟੀਚ ਕਰਦਾ ਤਾਂ ਮੋਟੀਵੇਸ਼ਨ ਉਹਨੂੰ ਕਿ ਬੱਚੇ ਵਧੀਆ ਉਹਨਾਂ ਦੀ ਬਿਹੇਵੀਅਰ ਦੇ ਵਿੱਚ ਡਿਜ਼ਾਇਰਡ ਜਿਹੜੇ ਚੇਂਜਸ ਜੋ ਟੀਚਰ ਚਾਹੁੰਦਾ ਉਹ ਆ ਰਹੇ ਨੇ ਤਾਂ ਉਹਨੂੰ ਮੋਟੀਵੇਸ਼ਨ ਮਿਲਦੀ ਹੈ। ਸਟੂਡੈਂਟਸ ਨੂੰ ਵੀ ਜਦੋਂ ਲਰਨਿੰਗ ਹੁੰਦੀ ਆ ਤਾਂ ਜਦੋਂ ਕੁਛ ਸਿੱਖਦੇ ਨੇ ਨਵਾਂ ਤਾਂ ਉਹਨਾਂ ਨੂੰ ਮੋਟੀਵੇਸ਼ਨ ਮਿਲਦੀ ਹੈ, ਉਹਨਾਂ ਦੀ ਮਤਲਬ ਇੱਕ ਸੈਟਿਸਫੈਕਸ਼ਨ ਹੁੰਦੀ ਹੈ। ਨੈਕਸਟ ਹੈਗਾ ਆਪਣੇ ਕੋਲ ਪ੍ਰਿੰਸੀਪਲ ਆਫ ਐਕਟੀਵਿਟੀ ਮੀਨਸ ਕਰਕੇ ਸਿੱਖਣਾ, ਕੁਛ ਵੀ ਆਪਾਂ ਕਰਵਾ ਕੇ ਮਤਲਬ ਕਿ ਐਕਟੀਵਿਟੀ ਦੇ ਥਰੂ ਕਰਦੇ ਹੈਗੇ ਹਾਂ ਟੀਚਿੰਗ। ਪ੍ਰਿੰਸੀਪਲ ਆਫ ਇੰਟਰਸਟ ਤੋਂ ਬਿਨਾਂ ਟੀਚਿੰਗ ਨਹੀਂ ਹੋ ਸਕਦੀ, ਪੋਸੀਬਲ ਹੀ ਨਹੀਂ ਹੈਗੀ, ਇੰਟਰਸਟ ਹੋਣਾ ਬਹੁਤ ਜ਼ਰੂਰੀ ਹੈ। ਪ੍ਰਿੰਸੀਪਲ ਆਫ ਲਿੰਕਿੰਗ ਵਿਦ ਲਾਈਫ, ਕੋਈ ਵੀ ਚੀਜ਼ ਦੀ ਆਪਾਂ ਨੂੰ ਵੈਲਿਊ ਉਦੋਂ ਹੁੰਦੀ ਹੈ ਜਦੋਂ ਉਹਦਾ ਹੀ ਆਪਣੀ ਲਾਈਫ ਦੇ ਵਿੱਚ ਕੋਈ ਯੂਜ਼ ਹੁੰਦਾ। ਤਾਂ ਟੀਚਿੰਗ ਨੂੰ ਜੇ ਆਪਾਂ ਲਾਈਫ ਦੇ ਨਾਲ ਲਿੰਕ ਕਰਕੇ ਸਿਖਾਵਾਂਗੇ ਤਾਂ ਉਹ ਸਿੱਖਣ ਪ੍ਰਕਿਰਿਆ 'ਤੇ ਬਹੁਤ ਜ਼ਿਆਦਾ ਅਸਰ ਪਊਗਾ। ਤਾਂ ਪ੍ਰਿੰਸੀਪਲ ਆਫ ਲਿੰਕਿੰਗ ਵਿਦ ਲਾਈਫ ਇੱਕ ਇੰਪੋਰਟੈਂਟ ਪ੍ਰਿੰਸੀਪਲ ਹੈਗਾ। ਪ੍ਰਿੰਸੀਪਲ ਆਫ ਡੈਫੀਨੇਟ ਏਮ, ਜਿਵੇਂ ਆਪਣਾ ਕੋਈ ਪਰਟੀਕੂਲਰ ਏਮ ਹੁੰਦਾ ਕਿ ਆਪਾਂ ਇਹ ਕਰਨਾ, ਕੋਈ ਕੋਰਸ ਕਰਨਾ ਜਾਂ ਕੁਛ ਵੀ ਆਪਾਂ ਕਿਸੇ ਪੇਪਰ ਦੀ ਤਿਆਰੀ ਕਰ ਰਹੇ ਹਾਂ ਤਾਂ ਉਹਦੇ ਬਾਅਦ ਆਪਾਂ ਨੂੰ ਇਹ ਅਚੀਵ ਹੋਊਗਾ ਤਾਂ ਉਹ ਹੁੰਦਾ ਆਪਣਾ ਡੈਫੀਨੇਟ ਏਮ। ਪ੍ਰਿੰਸੀਪਲ ਆਫ ਇੰਡੀਵਿਜੂਅਲ ਡਿਫਰੈਂਸਿਸ, ਸਾਰੇ ਬੱਚੇ ਇੱਕੋ ਜਿਹੇ ਨਹੀਂ ਹੁੰਦੇ। ਇੰਡੀਵਿਜੂਅਲ ਡਿਫਰੈਂਸਿਸ ਅੱਗੇ ਆਪਾਂ ਚੰਗੀ ਤਰ੍ਹਾਂ ਟੌਪਿਕ ਵੀ ਪੜ੍ਹਾਂਗੇ। ਇੰਡੀਵਿਜੂਅਲ ਡਿਫਰੈਂਸਿਸ ਕੀ ਹੁੰਦੇ ਨੇ ਕਿ ਇੱਕ ਵਿਅਕਤੀ ਦੂਜੇ ਵਿਅਕਤੀ ਤੋਂ ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਮਤਲਬ ਵੱਖਰਾ ਹੁੰਦਾ ਤਾਂ ਉਸ ਚੀਜ਼ ਨੂੰ ਵੀ ਕੰਸੀਡਰ ਕਰਕੇ ਚੱਲਦੀ ਹੈ ਟੀਚਿੰਗ, ਕਿਉਂਕਿ ਸਾਰੇ ਬੱਚੇ ਇੱਕੋ ਤਰੀਕੇ ਦੇ ਨਾਲ ਨਹੀਂ ਸਿੱਖ ਸਕਦੇ। ਪ੍ਰਿੰਸੀਪਲ ਆਫ ਸਿਲੈਕਸ਼ਨ ਮੀਨਸ ਕਾਹਦੀ ਸਿਲੈਕਸ਼ਨ, ਟੌਪਿਕ ਦੀ, ਸਬਜੈਕਟ ਦੀ, ਮਟੀਰੀਅਲ ਦੀ, ਜੋ ਆਪਾਂ ਪੜ੍ਹਾਉਣਾ ਚਾਹੁੰਦੇ ਹਾਂ ਉਹਦੀ ਸਿਲੈਕਸ਼ਨ। ਉਸ ਤੋਂ ਬਾਅਦ ਪ੍ਰਿੰਸੀਪਲ ਆਫ ਪਲੈਨਿੰਗ, ਉਹਨੂੰ ਆਪਾਂ ਕੰਮ ਨੂੰ ਕਰਵਾਉਣਾ ਕਿਵੇਂ ਉਹਦੀ ਪਲੈਨਿੰਗ ਕਰ ਲੈਣੀ, ਕਿ ਜਿਵੇਂ ਆਪਾਂ ਲੈਕਚਰਸ ਡਿਵਾਈਡ ਕਰ ਲਏ ਜਾਂ ਸਬ ਟੌਪਿਕਸ ਡਿਵਾਈਡ ਕਰ ਲਏ, ਯੂਨਿਟਸ ਦੇ ਵਿੱਚ ਕਰੀਕੁਲਮ ਨੂੰ ਆਪਾਂ ਡਿਵਾਈਡ ਕਰ ਲਿਆ ਤਾਂ ਅਲੱਗ-ਅਲੱਗ ਜਿਵੇਂ ਆਪਾਂ ਪਾਠਕ੍ਰਮ ਦੇ ਸੈਕਸ਼ਨਸ ਬਣਾ ਲਏ, ਉਹਨਾਂ ਨੂੰ ਆਪਾਂ ਫਿਰ ਪਲਾਨ ਕਰਦੇ ਹਾਂ ਕਿ ਇੰਨੇ ਟਾਈਮ ਦੇ ਵਿੱਚ ਆਪਾਂ ਇਹ ਯੂਨਿਟ ਕਰਵਾ ਦਾਂਗੇ, ਨੈਕਸਟ ਆਪਣੀ ਇਹ ਪਲਾਨ ਹੋਊਗਾ ਕਿ ਆਪਾਂ ਇਹ ਯੂਨਿਟ ਕਰਵਾ ਦਾਂਗੇ। ਪ੍ਰਿੰਸੀਪਲ ਆਫ ਡਿਵੀਜ਼ਨ ਵੀ ਉਹੀ ਹੋ ਗਿਆ ਕਿ ਆਪਾਂ ਡਿਵਾਈਡ ਕਰਕੇ ਚੀਜ਼ਾਂ ਨੂੰ ਕਰਵਾ ਦਿੰਦੇ ਹਾਂ। ਪ੍ਰਿੰਸੀਪਲ ਆਫ ਰਿਵੀਜ਼ਨ, ਕੰਮ ਕਰਵਾਤਾ ਉਸ ਤੋਂ ਬਾਅਦ ਆਪਣੀ ਰਿਵੀਜ਼ਨ ਕਰਵਾਉਣੀ, ਕਿਉਂਕਿ ਰਿਵੀਜ਼ਨ ਤੋਂ ਬਿਨਾਂ ਕੋਈ ਵੀ ਚੀਜ਼ ਆਪਣੀ ਚੰਗੀ ਤਰ੍ਹਾਂ ਉਹ ਯਾਦ ਨਹੀਂ ਰਹਿੰਦੀ ਹੈਗੀ। ਰੀਇਨਫੋਰਸਮੈਂਟ, ਜਦੋਂ ਆਪਾਂ ਰਿਵੀਜ਼ਨ ਕਰ ਰਹੇ ਹਾਂ ਜਾਂ ਕੁਛ ਆਪਾਂ
ਬੱਚਿਆਂ ਤੋਂ ਸੁਣ ਰਹੇ ਹਾਂ, ਵੈਲਿਊਏਸ਼ਨ ਕਰ ਰਹੇ ਹਾਂ, ਉਹਨੂੰ ਰੀਇਨਫੋਰਸਮੈਂਟ ਦੇਣਾ। ਜਿਨ੍ਹਾਂ ਨੇ ਵਧੀਆ ਲਰਨ ਕੀਤਾ ਉਹਨਾਂ ਨੂੰ ਆਪਾਂ ਵੈਰੀ ਗੁੱਡ ਇੱਦਾਂ ਦੀ ਕੋਈ ਇਨਸੈਂਟਿਵ ਦੇ ਦੇਣਾ, ਕੋਈ ਰੀਇਨਫੋਰਸਮੈਂਟ ਦੇ ਲਈ ਵਧੀਆ ਸ਼ਬਦ ਕਹਿ ਦੇਣਾ। ਪ੍ਰਿੰਸੀਪਲ ਆਫ ਕ੍ਰੀਏਸ਼ਨ ਐਂਡ ਰੀਕ੍ਰੀਏਸ਼ਨ, ਜੋ ਵੀ ਨੌਲੇਜ ਆਪਾਂ ਦਿੱਤੀ ਹੈ ਜਾਂ ਕ੍ਰੀਏਟ ਕਰਨੀ ਜਾਂ ਫਿਰ ਰੀਕ੍ਰੀਏਟ ਕਰਨੀ। ਬੱਚੇ ਨੂੰ ਜਿਵੇਂ ਕੰਪਰੀਹੈਂਸਿਵ ਲਿਖਣ ਲਈ ਕਹਿ ਦਿੱਤਾ, ਕੁਛ ਟੋਪਿਕ ਆਪਾਂ ਪੜ੍ਹਾ ਕੇ ਉਸ ਤੋਂ ਬਾਅਦ ਉਹਦੀ ਸਮਰੀ ਲਿਖਣ ਲਈ ਕਹਿ ਤਾ, ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਕਰਵਾ ਸਕਦੇ। ਨੈਕਸਟ ਹੈਗਾ ਆਪਣੇ ਕੋਲ ਪ੍ਰਿੰਸੀਪਲ ਆਫ ਡੈਮੋਕ੍ਰੇਸੀ। ਡੈਮੋਕ੍ਰੇਸੀ ਕੀ ਮਤਲਬ ਸਟੂਡੈਂਟ ਜਾਂ ਟੀਚਰ ਸੈਂਟਰਡ ਬਹੁਤਾ ਉਵੇਂ ਨਹੀਂ ਹੋਣਾ ਚਾਹੀਦਾ, ਮਾਹੌਲ ਹੈ ਜਿਹੜਾ ਉਹ ਡੈਮੋਕਰੈਟਿਕ ਹੋਣਾ ਚਾਹੀਦਾ। ਕਿ ਸਟੂਡੈਂਟ ਸੈਂਟਰਡ ਨੂੰ ਵੈਸੇ ਆਪਾਂ ਡੈਮੋਕਰੇਟਿਕ ਜ਼ਿਆਦਾ ਮੰਨਦੇ ਹਾਂ, ਕਿ ਸਟੂਡੈਂਟ ਦੇ ਅਕੋਰਡਿੰਗ ਜਿਹੜੇ ਟੀਚਿੰਗ ਮੈਥਡਸ ਹੋਣੇ ਚਾਹੀਦੇ ਆ। ਮਤਲਬ ਇਹਦੇ ਵਿੱਚ ਕਿਸੇ ਇੱਕ ਚੀਜ਼ ਦਾ ਜਿਹੜਾ ਪਲੜਾ ਉਹ ਭਾਰੀ ਨਹੀਂ ਹੋਣਾ ਚਾਹੀਦਾ। ਰੈਮਡੀਅਲ ਮੀਨਸ ਜਿੱਥੇ ਕਿਤੇ ਕੋਈ ਪ੍ਰੋਬਲਮ ਆ ਰਹੀ ਹੈ ਉਹਨੂੰ ਆਪਾਂ ਸੋਲਵ ਕਰਨਾ। ਰੈਮਡੀਅਲ ਮਤਲਬ ਮੀਨਸ ਆਪਾਂ ਰੱਖਣੇ ਨੇ, ਜਿਵੇਂ ਕਿਸੇ ਬੱਚੇ ਨੂੰ ਕੋਈ ਚੀਜ਼ ਸਿੱਖਣ ਦੇ ਵਿੱਚ, ਕੋਈ ਸਪੈਲਿੰਗਸ ਦੇ ਵਿੱਚ ਕੋਈ ਪ੍ਰੋਬਲਮ ਆ ਰਹੀ ਹੈ, ਇਸ ਤਰ੍ਹਾਂ ਆਪਾਂ ਉਹਨਾਂ ਨੂੰ ਕਿਉਰ ਕਿਵੇਂ ਕਰਨਾ ਉਸ ਪ੍ਰੋਬਲਮ ਨੂੰ, ਉਹ ਹੁੰਦੀ ਆਪਣੇ ਕੋਲ ਰੈਮਡੀਅਲ, ਪ੍ਰਿੰਸੀਪਲ ਆਫ ਰੈਮਡੀਅਲ। ਨੈਕਸਟ ਆਪਣੇ ਕੋਲ ਹੈਗਾ ਲਰਨਿੰਗ ਦਾ ਟੋਪਿਕ, ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ।